ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸੱਜਣੋ ਤੇ ਬੇਲੀਓ ਅਸਲਾਮ ਅਲੈਕਮ। ਤੁਸੀਂ ਵੇਖ ਰਹੇ ਹੋ ਲੰਡਨ ਤੋਂ ਪੰਜਾਬੀ ਰਾਕਟ ਸਾਇੰਸ ਚੈਨਲ ਦੀ ਬਰਾਹ ਰਾਸਤ ਨਸ਼ਰੀਆਤ 'ਚ। ਅੱਜ ਸਾਡੇ ਨਾਲ ਸਪੈਸ਼ਲ ਗੈਸਟ ਮੌਜੂਦ ਨੇ ਔਰ ਟੌਪਿਕ ਵੀ ਸਪੈਸ਼ਲ ਹੈ। ਤੁਹਾਨੂੰ ਪਤਾ ਹੈ ਮੁਲਕ ਪਾਕਿਸਤਾਨ ਦੀਵਾਲੀਆ ਹੋਣ ਤੋਂ ਬਚ ਗਿਆ, ਲੇਕਿਨ ਆਵਾਮ ਦਾ ਮਹਿੰਗਾਈ ਨੇ ਦੀਵਾਲੀਆ ਕੱਢ ਦਿੱਤਾ ਹੈ। ਅੱਜ ਸਾਡੇ ਨਾਲ ਤੁਹਾਡੀ ਡੇਰੇਦਾਰੀ ਤੇ ਮਾਹਿਰ ਮੁਆਸ਼ੀਆਤ ਪ੍ਰੋਫੈਸਰ ਡਾਕਟਰ ਮੁਹੰਮਦ ਸ਼ਹਬਾਜ਼ ਸਾਹਿਬ ਨੇ ਡਸਕਾ ਤੋਂ ਜੁਆਇਨ ਕੀਤਾ, PhD ਕੀਤੀ ਨੇ ਤੇ ਪਤਾ ਨਹੀਂ ਕੀ ਕੀਤੀਆਂ ਨੇ। ਇਹਨਾਂ ਨੂੰ ਪੁੱਛਣੇ ਆ ਕਿ ਇਹ ਜਿਹੜਾ ਇਸ ਟਾਈਮ ਮਹਿੰਗਾਈ ਨੇ ਮੱਕੂ ਠੱਪਿਆ ਗਰੀਬਾਂ ਦਾ, ਇਹਦਾ ਜ਼ਿੰਮੇਦਾਰ ਕੌਣ ਹੈ, ਇਹਨਾਂ ਦੇ ਬਾਰੇ 'ਚ ਵੀ ਜਾਣਨੇ ਆ ਤੇ ਇਹਨਾਂ ਚੀਜ਼ਾਂ ਦੇ ਬਾਰੇ 'ਚ ਵੀ ਜਾਣਨੇ ਆ। अस्सलाम वालेकुम डॉक्टर साहब, बहुत शुक्रिया तुसीं टाइम कड्ढिया। जी वालेकुम सलाम राजा साहब, बहुत शुक्रिया तुसां मैनूं माशाअल्लाह इस काबिल समझिया कि अपने प्रोग्राम च मैनूं अपने ਜਿਹੜੇ ਇਸ਼ੂਜ਼ ਨੇ ਇਕਨੋਮਿਕ ਤੋਂ ਉਹਨਾਂ ਦੇ ਇਜ਼ਹਾਰੇ ਖਿਆਲ ਕਰਨ ਦਾ ਮੌਕਾ ਦਿੱਤਾ ਹੈ। ਡਾਕਟਰ ਸਾਹਿਬ, ਚੂੰਕਿ ਪੰਜਾਬੀਆਂ ਦੀ ਡੇਰੇਦਾਰੀ ਹੈ, ਤੁਹਾਨੂੰ ਅਮਰੀਕਾ, ਕੈਨੇਡਾ, UK, ਯੂਰਪ, ਅਰਬਾਂ ਮੁਲਕਾਂ 'ਚ, ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ 'ਚ ਤੇ ਭਲਾ ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਹ ਗੱਲਾਂ ਤੁਹਾਡੀਆਂ ਸੁਣਨ ਦੇ। ਔਰ ਪੰਜਾਬੀਓ ਅਗਰ ਇਕਨੋਮੀ ਦੇ ਰਿਲੇਟਿਡ ਕੋਈ ਸਵਾਲ ਵੀ ਹੈ ਕਮੈਂਟ ਕਰਿਓ ਡਾਕਟਰ ਸਾਹਿਬ को, ਉਹਦਾ ਆਨਸਰ ਲੈਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ ਆਪਣਾ ਤਾਰਫ ਕਰਾਓ, ਆਪਣੇ ਬਾਰੇ 'ਚ ਆਪਣੀ ਜ਼ੁਬਾਨੀ ਦੱਸੋ ਬੁਝੋ ਪਲੀਜ਼। जी तारफ अल्लाह ते अल्लाह दी ज़ात दा। मैं ते नकम्मा जा एक तालब इलम, मैं कोशिश कर रहा दिन ब दिन कुछ ना कुछ सीखा मैं। तो बेसिकली मेरा पिंड झाराल है, तहसील डस्का है, ज़िला मेरा सियालकोट है। इस ज़िले की खास गल है कि दुनिया का बेहतरीन बासमती चावल ये ज़िला पैदा करता है। तो ਇਹਦਾ मतलब है कि अगर ज़िला बासमती चावल अच्छा पैदा करता है तो फिर इस ज़िले ਵਿੱਚ टैलेंट भी बहुत ज़्यादा मौजूद है। ਤੇ ਮੇਰਾ ਛੋਟਾ ਜਿਹਾ ਤਾਰਫ ਹੈ ਕਿ ਮੈਂ ਜਦੋਂ ਮੈਟ੍ਰਿਕ ਕੀਤਾ ਸੀ ਤਾਂ ਉਸ ਤੋਂ ਬਾਅਦ, ਬਲਕਿ ਉਸ ਤੋਂ ਥੋੜਾ ਪਿੱਛੇ ਜਾਈਏ, ਤੇ ਮੇਰੇ ਦਾਦਾ ਬੂ ਅੱਲਾਹ ਤਾਲਾ ਉਹਨਾਂ ਨੂੰ ਜਨਮ ਨਸੀਬ ਕਰੇ, ਤੇ ਮੈਂ ਉਹਨਾਂ ਦੇ ਪਾਉਂ ਦਬਾ ਰਿਹਾ ਸਾਂ। ਤੇ ਉਹ ਮੈਨੂੰ ਕਹਿੰਦੇ ਨੇ, ਪੁੱਤਰ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ, ਤੇ ਚਲੋ ਤੂੰ ਉਹਨਾਂ ਦੋਵਾਂ ਦੇ ਵਿੱਚੋਂ ਕਿਸੇ ਇੱਕ ਤੇ ਵੀ ਅਮਲ ਕਰ ਲੈ ਤੇ ਜ਼ਿੰਦਗੀ ਮੇਰੇ ਖਿਆਲ ਬਣ ਜਾਏਗੀ। ਤੇ ਦਾਦਾ ਬੂ ਮੇਰੇ ਕਹਿੰਦੇ ਨੇ ਕਿ ਬੱਚੇ ਨੂੰ ਜਾਂ ਤੇ ਪੈਸੇ ਇਕੱਠੇ ਕਰਨ ਦਾ ਸ਼ੌਕ ਹੋਣਾ ਚਾਹੀਦਾ ਹੈ ਤੇ ਜਾਂ ਉਹਨੂੰ ਪੜ੍ਹਨ ਦਾ ਸ਼ੌਕ ਹੋਣਾ ਚਾਹੀਦਾ ਹੈ। ਤੇ ਮੈਂ ਕਿਹਾ ਦਾਦਾ ਬੂ, ਜਿਹੜਾ ਬੰਦਾ ਪੈਸੇ ਇਕੱਠੇ ਕਰੇ ਤੇ ਉਹ ਤਾਂ ਫਿਰ ਬਹੁਤ ਅੱਛਾ ਬੰਦਾ ਹੈ, ਤੇ ਜਿਹੜਾ ਬੰਦਾ ਪੜ੍ਹੇ ਉਹ ਤੇ ਬਹੁਤ ਜ਼ਿਆਦਾ ਅੱਛਾ ਹੈ। ਦਾਦਾ ਬੂ ਕਹਿੰਦੇ ਨੇ ਕਿਉਂ? ਮੈਂ ਕਿਹਾ ਜਦੋਂ ਪੜ੍ਹ ਜਾਾਂਗੇ ਤੇ ਫਿਰ ਪੈਸੇ ਵੀ ਇਕੱਠੇ ਕਰ ਲਾਂਗੇ। तो फिर मैं वो दादा बू की ऐसी गल पल्ले बन्नी, जिवें बोला अज तक गल मेरे पल्ले वे, तो मैं बस पढ़ी जा रहा। और अल्लाह ताला की ज़ात ने इस पढ़ाई दे इन्नी कोई इज्जत दी है। मेरा ख्याल है कि अगर कोई बंदा अकैडमिया दे नाल दा कोई ताल्लुक हैगा और वो मुआशियात दे नाल लिंक है, तो मुहम्मद शहबाज दे काम नूं पढ़दा भी होवेगा, ਉਹਦੇ ਚੋਂ ਗਾਈਡੈਂਸ ਵੀ ਲੈਂਦਾ ਹੋਏਗਾ, ਤੇ ਮੇਰਾ ਖਿਆਲ ਹੈ ਕਿ ਦੂਸਰੇ ਦੋਸਤਾਂ ਨੂੰ ਵੀ ਕਹਿੰਦਾ ਹੋਏਗਾ ਕਿ ਅਗਰ ਰਿਸਰਚ ਦੇ ਵਿੱਚ ਤੁਸੀਂ ਕੰਮ ਕਰਨਾ ਹੈ ਤਾਂ ਡਾਕਟਰ ਸ਼ਹਬਾਜ਼ ਦੇ ਕੰਮ ਨੂੰ ਪੜ੍ਹੋ। ਬੜਾ ਆਸਾਨ ਤੇ ਆਮ ਫਹਿਮ ਉਹ ਚੀਜ਼ਾਂ ਲਿਖਦਾ ਹੈ, ਤੇ ਹਰ ਬੰਦਾ ਜਿਹੜਾ ਸਟੂਡੈਂਟ ਹੈ ਇਕਨੋਮਿਕਸ ਦਾ, ਉਹ ਮੇਰਾ ਖਿਆਲ ਚੀਜ਼ਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਸਕਦਾ ਹੈ। ਇੱਕ ਚੀਜ਼, ਇੱਕ ਮੇਰੇ ਵਾਸਤੇ ਮੋਟੀਵੇਸ਼ਨ ਇਹ ਹੈਗੀ ਹੈ। ਦੂਸਰੀ ਮੋਟੀਵੇਸ਼ਨ ਇਹ ਵੇ ਕਿ ਮੈਂ ਜਦੋਂ ਬੇਸਿਕਲੀ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਹੈ ਮੇਰੇ ਕੈਰੀਅਰ ਦੇ ਵਿੱਚ, ਕਿ ਪਾਕਿਸਤਾਨ ਦੇ ਵਿੱਚ ਦੋ ਤਰ੍ਹਾਂ ਦੇ ਆਪਣਾ ਕਨਾਲ ਦਾ ਸਿਸਟਮ ਪਾਏ ਜਾਂਦੇ ਨੇ। ਇੱਕ ਸਿਸਟਮ ਇਹ ਹੈਗਾ ਕਿ ਤੁਸੀਂ ਜਨਾਬੇ ਵਾਲਾ ਆਪਣੇ ਆਪ ਨੂੰ ਇਨਰੋਲ ਕਰੋ ਕਿਸੇ ਪਬਲਿਕ ਸਕੂਲ 'ਚ, ਪਬਲਿਕ ਯੂਨੀਵਰਸਿਟੀ ਜਾਂ ਪਬਲਿਕ ਕਾਲਜ ਦੇ ਵਿੱਚ, ਤਾਂ ਫਿਰ ਤੁਸੀਂ ਐਜੂਕੇਸ਼ਨ ਹਾਸਲ ਕਰੋ। ਦੂਸਰਾ ਤਰੀਕੇਕਾਰ ਸਰ ਇਹ ਵੇ ਕਿ ਤੁਸੀਂ ਘਰ ਬਹਿ ਕੇ ਪੜ੍ਹੋ, ਠੀਕ ਹੈ, ਤੇ ਪੜ੍ਹ ਕੇ ਜਾ ਕੇ ਇਮਤਿਹਾਨ 'ਚ ਬਹਿ ਜਾਓ, ਅੱਲਾ ਕਰੇ ਪਾਸ ਜੋ, ਠੀਕ ਹੈ, ਨਾ ਫਿਰ ਫੇਲ ਤੇ ਤੁਸੀਂ ਹੋਣਾ ਹੀ ਹੋਣਾ ਹੈ। ਤੇ ਮੈਂ ਜਨਾਬ ਮੈਟ੍ਰਿਕ ਤੋਂ ਬਾਅਦ FA ਵੀ ਪ੍ਰਾਈਵੇਟ ਕੀਤਾ ਹੈ, ਮੈਂ BA ਵੀ ਪ੍ਰਾਈਵੇਟ ਕੀਤਾ ਹੈ, ਮੈਂ B.Ed ਵੀ ਪ੍ਰਾਈਵੇਟ ਕੀਤਾ ਹੈ, ਮੈਂ MA ਇਕਨੋਮਿਕਸ ਪ੍ਰਾਈਵੇਟ ਕੀਤਾ ਹੈ, ਤੇ ਮੇਰਾ MPhil ਵੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਹੈ, ਮੇਰੀ PhD ਵੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਹੈ। ਉਸ ਤੋਂ ਬਾਅਦ ਮੇਰੇ ਰੱਬ ਨੇ ਐਸੀ ਛਲਾਂਗ ਲਗਾਈ ਮੇਰੇ ਕੋਲੋਂ, ਸਾਰੇ ਕੰਮ ਮੈਂ ਅੰਡਰਸਟੂਡ ਵਿੱਚ ਮੁਸਲਮਾਨ ਆ, ਤੇ ਸਾਡਾ ਯਕੀਨ ਹੈ ਕਿ ਜੋ ਕੁਝ ਵੀ ਹੋ ਰਿਹਾ ਅੱਲਾ ਦੀ ਰਜ਼ਾ ਦੇ ਨਾਲ ਹੋ ਰਿਹਾ। ਤੇ ਅੱਲਾਹ ਤਾਲਾ ਨੇ ਫਿਰ ਮੈਨੂੰ ਕੈਮਰੇ 'ਚ ਪਹੁੰਚਾ ਦਿੱਤਾ। ਤਾਂ ਮੇਰੀ ਵਾਲਦਾ ਨੇ ਮੈਨੂੰ ਇਹ ਕਿਹਾ ਸੀ ਕਿ ਮੇਰਾ ਪੁੱਤਰ ਇੰਨਾ ਕੁ ਪੜ੍ਹੀ ਕਿ ਮੈਂ ਕੱਲ ਨੂੰ ਤੈਨੂੰ ਇਹ ਕਹਿ ਸਕਾਂ ਕਿ ਸ਼ਹਬਾਜ਼ ਪੁੱਤਰ ਮੇਰਾ ਬੜਾ ਹੀ ਚੰਗਾ ਪੁੱਤਰ ਹੈ। ਤੇ ਯਕੀਨ ਕਰੋ ਇਮਰਾਨ ਸਾਹਿਬ, ਮੈਂ ਹੁਣ ਤੱਕ ਆਪਣੀ ਉਸ ਮਾਂ ਦੀ ਗੱਲ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕਰ ਰਿਹਾ, ਤੇ ਮੈਂ ਉਸ ਲਮਹੇ ਦਾ ਇੰਤਜ਼ਾਰ ਕਰ ਰਿਹਾ ਕਦੋਂ ਮੇਰੀ ਮਾਂ ਕਹੇ ਕਿ ਮੇਰਾ ਇਹ ਪੁੱਤਰ ਜਿਹੜਾ ਨਾ ਇਹਦੇ ਵਰਗੇ ਬਾਕੀ ਨਹੀਂ ਹੈਗੇ। ਸੁਭਾਨ ਅੱਲਾਹ, बेहतरीन। डॉक्टर साहब ਇਹ ਦੱਸੋ ਕਿ ਇੰਨਾ ਕੁਝ ਪੜ੍ਹ ਲਿਖ ਕੇ ਜਾਬਾਂ ਕਿੱਥੇ ਕਿੱਥੇ ਕੀਤੀਆਂ ਜੇ, ਕੀ ਕਰਦੇ ਰਹੇ ਹੋ? ਹਾਂਜੀ, ਮੈਂ ਪਹਿਲੀ ਮੇਰੀ ਜਾਬ ਸੀ ਕਰਾਚੀ ਮੈਂ ਕੀਤੀ ਜਦੋਂ ਮੈਂ MS ਕੀਤਾ ਅਪਲਾਈਡ ਇਕਨੋਮਿਕ ਰਿਸਰਚ ਸੈਂਟਰ ਤੋਂ। ਬੇਸਿਕਲੀ ਮੇਰਾ MPhil ਹੈਗਾ ਮੈਟਰੋਪੋਲੀਟਨ ਯੂਨੀਵਰਸਿਟੀ, ਜਿਹਨੂੰ ਆਮ ਜ਼ੁਬਾਨ 'ਚ ਨੈਸ਼ਨਲ ਕਾਲਜ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਇਕਨੋਮਿਕਸ ਕਹਿੰਦੇ ਆ। ਔਰ ਡਾਕਟਰ AR ਚੌਧਰੀ ਸਾਹਿਬਾ ਮਾਸ਼ਾਅੱਲਾ ਮੇਰੇ ਸੁਪਰਵਾਈਜ਼ਰ ਸਨ MPhil ਦੇ, ਉਹਨਾਂ ਬੜਾ ਅੱਛਾ ਗਾਈਡ ਕੀਤਾ। ਫਿਰ ਉਹਨਾਂ ਦੇ ਕੋਲ ਮੈਂ PhD ਵੀ ਕੀਤੀ। ਉਸ ਤੋਂ ਬਾਅਦ ਫਿਰ ਉਸ ਤੋਂ ਪਿੱਛੇ ਦਰਮਿਆਨ 'ਚ ਮੈਂ ਇੱਕ ਮਾਸਟਰ ਕੀਤਾ ਸੀ ਅਪਲਾਈਡ ਸਾਇੰਸ 'ਚੋਂ, ਅਪਲਾਈਡ ਇਕਨੋਮਿਕ ਰਿਸਰਚ ਸੈਂਟਰ ਕਰਾਚੀ ਤੋਂ, ਯੂਨੀਵਰਸਿਟੀ ਆਫ ਕਰਾਚੀ ਤੋਂ। ਉਹ MS ਕਰਨ ਤੋਂ ਬਾਅਦ ਫਿਰ ਮੈਂ ਸੋਸ਼ਲ ਪਾਲਿਸੀ ਐਂਡ ਡਿਵੈਲਪਮੈਂਟ ਸੈਂਟਰ ਚਲਾ ਗਿਆ,
ਇਹ ਐਨਜੀਓ ਹੈ ਜਿਸ ਨੂੰ ਮਾਸ਼ਾਅੱਲਾ ਡਾਕਟਰ ਫੀਜ਼ੇ ਪਾਸ਼ਾ ਸਾਹਿਬ ਰਨ ਕਰ ਰਹੇ ਸਨ ਤੇ ਡਾਕਟਰ ਆਇਸ਼ਾ ਗੋਸ ਪਾਸ਼ਾ ਨਾਲ ਮੈਂ ਕੰਮ ਕੀਤਾ ਜਿਹੜੇ ਅੱਜ ਕੱਲ੍ਹ ਇਸ ਗਵਰਨਮੈਂਟ 'ਚ ਵਜ਼ੀਰ ਮੁਮੱਕਲ ਨੇ ਫਾਈਨੈਂਸ ਦੇ। ਤੇ ਜਨਾਬ ਵਾਲਾ ਉਹਨਾਂ ਨੇ ਲੋਕਾਂ ਦੇ ਨਾਲ ਕੰਮ ਕਰਕੇ ਮਤਲਬ ਰਹਿਨੁਮਾਈ ਕੀਤੀ, ਰਹਿਨੁਮਾਈ ਲਈ ਉਹਨਾਂ ਦੇ ਕੋਲੋਂ। ਉਸ ਤੋਂ ਬਾਅਦ ਫਿਰ ਮੈਂ ਗਿਫਟ ਯੂਨੀਵਰਸਿਟੀ ਗੁਜਰਾਂਵਾਲਾ ਚੰਦ ਸਾਲ ਪੜ੍ਹਾਇਆ ਐਜ਼ ਅ ਵਿਜ਼ਿਟਿੰਗ ਲੈਕਚਰਰ। ਉਸ ਤੋਂ ਬਾਅਦ ਬਸ ਅੱਲਾਹ ਤਾਲਾ ਨੇ ਮੇਰੀ ਬਾਂਹ ਫੜ ਲਈ, ਬਲਕਿ ਅੱਲਾਹ ਤਾਲਾ ਸ਼ੁਰੂ ਤੋਂ ਹੀ ਬਾਂਹ ਫੜੀ ਉਹਨਾਂ ਨੇ। ਅੱਲਾਹ ਤਾਲਾ ਦੀ ਜ਼ਾਤ ਨੇ ਫਿਰ ਕਹਿ ਲਓ ਕਿ ਉਹ ਰਸਤੇ ਬਣਾਏ ਮੇਰੇ ਵਾਸਤੇ, ਉਹ ਚੀਜ਼ਾਂ ਆਹਿਸਤਾ ਹੋਈਆਂ। ਫਿਰ ਮੈਂ ਕੌਮਸੈਟ ਯੂਨੀਵਰਸਿਟੀ ਲਾਹੌਰ ਕੈਂਪਸ ਨੂੰ ਜੁਆਇਨ ਕੀਤਾ, ਜਿੰਨਾ ਬਹੁਤ ਅੱਛਾ ਤੇ ਕੰਡਿਊਸਿਵ एनवायरनमेंट ਮੈਨੂੰ ਦਿੱਤਾ ਤੇ ਮੈਂ ਫਿਰ ਬੜੀ ਰੱਜ ਕੇ ਤੇ ਬੜੀ ਖੁੱਲ੍ਹ ਕੇ ਰਿਸਰਚ ਕੀਤੀ। ਤੇ ਜਦੋਂ ਮੈਨੂੰ ਕਿਸੇ ਨੇ ਕਿਹਾ ਕਿ ਯਾਰ ਪਾਕਿਸਤਾਨ 'ਚ ਕੰਮ ਬਹੁਤ ਹੋ ਗਿਆ ਤੇ ਤੇਰੇ ਕੋਲ ਹੁਣ ਇੰਟਰਨੈਸ਼ਨਲ ਐਕਸਪੋਜ਼ਰ ਹੋਣਾ ਚਾਹੀਦਾ ਹੈ, ਤੇ ਮੈਂ ਜਨਾਬੇ ਵਾਲਾ ਫਿਰ ਫਰਾਂਸ ਚਲਾ ਗਿਆ। ਉਹਨਾਂ ਨੇ ਮੈਨੂੰ ਜੁਆਇਨ ਕਰਵਾਇਆ ਐਜ਼ ਐਸੋਸੀਏਟ ਪ੍ਰੋਫੈਸਰ। ਮਸਲਾ ਇਹ ਸੀ ਕਿ ਉਹ ਜਦੋਂ ਨਾ ਸਕੂਲ ਬਿਜ਼ਨਸ, ਮੈਂ ਬੰਦਾ ਇਕਨੋਮਿਕਸ ਦਾ, ਤਾਂ ਬੜੀ ਮੁਸ਼ਕਲ ਪੈਦਾ ਹੋ ਗਈ ਕਿ ਇਸ ਬੰਦੇ ਨੂੰ ਅਸੀਂ ਕਿਸ ਤਰ੍ਹਾਂ ਰੱਖੀਏ। ਤਾਂ ਫਿਰ ਸਰ ਉਹਨਾਂ ਮੈਨੂੰ ਹਾਇਰ ਕਰਨ ਵਾਸਤੇ ਇੱਕ ਨਵਾਂ ਡਿਪਾਰਟਮੈਂਟ ਕ੍ਰੀਏਟ ਕੀਤਾ। ਉਸ ਡਿਪਾਰਟਮੈਂਟ ਦਾ ਫਾਊਂਡਿੰਗ ਚੇਅਰਮੈਨ ਬਣਿਆ ਮੈਂ। ਤੇ ਫਰਾਂਸ ਵਿੱਚ ਤਕਰੀਬਨ ਉਹਨਾਂ ਜਿਹੜਾ ਟਾਰਗੇਟ ਸੀ ਉਹਨਾਂ ਦਾ ਪਬਲੀਕੇਸ਼ਨ ਦਾ ਜਾਂ ਰਿਸਰਚ ਦਾ 3 ਸਾਲ ਦਾ, ਉਹ ਮੈਂ ਪੂਰੇ 2 ਸਾਲ 7 ਮਹੀਨੇ 'ਚ ਮੈਂ ਕਵਰ ਕਰ ਦਿੱਤਾ ਸੀ। ਤੇ ਜਿਹੜੇ ਲੋਕ ਰਿਸਰਚ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਕਿ ਰਿਸਰਚ ਦੇ ਟਾਰਗੇਟ ਅਚੀਵ ਕਰਨਾ ਕਿੰਨਾ ਜ਼ਿਆਦਾ ਮੁਸ਼ਕਲ ਹੈ। ਉਸ ਤੋਂ ਬਾਅਦ ਜਨਾਬ ਵਾਲਾ ਫਿਰ ਮੈਂ ਜੰਪ ਮਾਰਿਆ। ਮੈਨੂੰ ਪਤਾ ਲੱਗਾ ਕਿ ਫਰਾਂਸ ਜਿੰਨਾ ਮੈਂ ਕੰਮ ਕਰਨਾ ਸੀ, ਯੂਰਪ ਦਾ ਮੇਰਾ ਐਕਸਪੀਰੀਅੰਸ ਆ ਗਿਆ, ਬਹੁਤ ਹੋ ਗਿਆ। ਤਾਂ ਮੈਨੂੰ ਹੁਣ ਕਿਸੇ ਹੋਰ ਜਗ੍ਹਾ ਮੂਵ ਕਰਨਾ ਚਾਹੀਦਾ ਹੈ। ਇਸ ਦੌਰਾਨ ਇੱਕ ਬੜੀ ਅਜੀਬ ਜਿਹੀ ਗੱਲ ਹੈ ਕਿ ਜੇ ਮੈਂ ਸਮਝਦਾ ਪਾਕਿਸਤਾਨ ਦੀ 75 ਸਾਲ ਹਿਸਟਰੀ ਦੇ ਵਿੱਚ, ਅੱਜ ਕੱਲ੍ਹ ਵੈਸੇ ਵੀ ਤੁਸੀਂ ਮੀਡੀਆ ਤੇ ਗੱਲਾਂ ਸੁਣੋਗੇ, ਕੋਈ ਵੀ ਇਕਨੋਮੀ ਦਾ ਸਵਾਲ ਹੋਵੇ ਤਾਂ ਕਹਿੰਦੇ ਹਿਸਟੋਰੀਕਲ ਹਿਸਟਰੀ 'ਚ ਇੰਜ ਹੋਇਆ। ਤਾਂ ਅਸਲ ਹਿਸਟਰੀ 'ਚ ਹੋਇਆ ਜਿਹੜੀ ਚੀਜ਼ਾਂ ਨੇ ਉਹ ਲੋਕਾਂ ਸਾਰਿਆਂ ਨੂੰ ਨਜ਼ਰ ਆ ਜਾਂਦੀਆਂ ਨੇ। ਤੇ ਮੇਰੇ ਹਾਲ ਪਾਕਿਸਤਾਨ ਦੀ 75 ਸਾਲ ਹਿਸਟਰੀ ਵਿੱਚ ਮੈਂ ਪਹਿਲਾ ਬੰਦਾ ਹੋਵਾਂਗਾ, ਅਗਰ ਮੈਂ ਸਹੀ ਕਹਿ ਰਿਹਾ, ਜਿਹੜਾ 7.5 ਸਾਲ ਦੇ ਵਿੱਚ ਰਿਸਰਚ ਫੈਲੋ ਤੋਂ ਫੁੱਲ ਪ੍ਰੋਫੈਸਰ ਬਣਿਆ ਹੈ। 7.5 ਸਾਲ ਦੇ ਵਿੱਚ। ਤੇ ਜਿਹੜੇ ਲੋਕ ਅਕੈਡਮੀਆ ਦੇ ਵਿੱਚ ਹੈਗੇ ਨੇ ਜਾਂ ਰਿਸਰਚ ਨੂੰ ਜਾਣਦੇ ਨੇ, ਉਹਨਾਂ ਨੂੰ ਪਤਾ ਹੈ ਕਿ 7.5 ਸਾਲ ਦਾ ਅਰਸਾ ਕੋਈ ਅਸਰ ਨਹੀਂ ਹੁੰਦਾ। ਤੇ ਮੈਂ ਇਹਨਾਂ 7.5 ਸਾਲਾਂ ਦੇ ਵਿੱਚ ਰਿਸਰਚ ਫੈਲੋ ਤੋਂ ਅਸਿਸਟੈਂਟ ਪ੍ਰੋਫੈਸਰ ਬਣਿਆ, ਅਸਿਸਟੈਂਟ ਪ੍ਰੋਫੈਸਰ ਤੋਂ ਐਸੋਸੀਏਟ ਪ੍ਰੋਫੈਸਰ ਬਣਿਆ, ਐਸੋਸੀਏਟ ਪ੍ਰੋਫੈਸਰ ਤੋਂ ਫੁੱਲ ਪ੍ਰੋਫੈਸਰ ਬਣਿਆ। ਔਰ ਮੈਂ ਤਕਰੀਬਨ 39 ਇਅਰਸ ਦੀ ਉਮਰ 'ਚ ਮੈਂ ਪ੍ਰੋਫੈਸਰ ਬਣ ਗਿਆ ਹਾਂ। ਔਰ ਇਹਦੇ 'ਚ ਸਭ ਤੋਂ ਇੱਕ ਹੋਰ ਯੂਨੀਕ ਗੱਲ ਹੈ, ਲੋਕ ਬਾਹਰੋਂ ਪੜ੍ਹ ਕੇ ਆਉਂਦੇ ਨੇ ਤੇ ਪਾਕਿਸਤਾਨ 'ਚ ਫੁੱਲ ਪ੍ਰੋਫੈਸਰ ਬਣਦੇ ਨੇ ਜਾਂ ਪਾਕਿਸਤਾਨ ਦੀ ਪ੍ਰਮੋਸ਼ਨ ਲੈਂਦੇ ਨੇ। ਮੈਂ ਪਾਕਿਸਤਾਨ ਤੋਂ ਪੜ੍ਹ ਕੇ ਦੀਏ ਦੀ ਲਾਈਟ ਦੇ ਥੱਲੇ ਬਹਿ ਕੇ ਪੜ੍ਹ ਕੇ, ਦੀਏ ਦੀ ਲਾਈਟ ਥੱਲੇ ਮੈਂ ਬਹਿ ਕੇ ਜਨਾਬ ਵਾਲਾ ਐਫਏ ਕੀਤਾ, ਦੀਏ ਦੀ ਲਾਈਟ ਥੱਲੇ ਬਹਿ ਕੇ ਮੈਂ ਬੀਏ ਕੀਤਾ, ਦੀਏ ਦੀ ਲਾਈਟ ਥੱਲੇ ਬਹਿ ਕੇ ਮੈਂ ਬੀਐਡ ਕੀਤਾ, ਦੀਏ ਦੀ ਲਾਈਟ ਥੱਲੇ ਬਹਿ ਕੇ ਮੈਂ ਐਮਏ ਕੀਤਾ। ਅੱਗੋਂ ਜੀ ਐਮਫਿਲ ਮੇਰਾ ਠੀਕ। ਪ੍ਰਾਈਵੇਟ ਯੂਨੀਵਰਸਿਟੀ ਤੋਂ, ਮੇਰੀ ਪੀਐਚਡੀ ਪ੍ਰਾਈਵੇਟ ਯੂਨੀਵਰਸਿਟੀ ਤੋਂ। ਤੇ ਜਨਾਬ ਵਾਲਾ ਇੱਥੋਂ ਪਾਕਿਸਤਾਨ ਚੋਂ ਇੰਟਾਇਰ ਐਜੂਕੇਸ਼ਨ ਲੈ ਕੇ ਤੇ ਮੈਂ ਬਾਹਰ ਜਾ ਕੇ ਫੁੱਲ ਪ੍ਰੋਫੈਸਰ ਬਣਿਆ। ਇਹ ਇੱਕ ਬੜਾ ਮੈਂ ਸਮਝਦਾ ਕਿ ਬੜੀ ਯੂਨੀਕ ਕਾਮਯਾਬੀ ਹੈ ਮੇਰੀ। ਉਸ ਤੋਂ ਬਾਅਦ ਜਨਾਬ ਵਾਲਾ ਫਿਰ ਮੈਂ ਚਾਈਨਾ ਮੂਵ ਕਰ ਗਿਆ, ਬੀਜਿੰਗ ਇੰਸਟੀਚਿਊਟ ਆਫ ਟੈਕਨੋਲੋਜੀ, ਜਿੱਥੇ ਮੈਂ ਹੁਣ ਰੀਸੈਂਟ ਜੌਬ ਕਰ ਰਿਹਾ। ਤਕਰੀਬਨ ਮੈਨੂੰ ਚਾਈਨਾ ਨਾਲ ਵੀ 3 ਸਾਲ ਹੋ ਗਏ ਨੇ। ਕੱਲ ਮੇਰਾ ਐਵੈਲੂਏਸ਼ਨ ਹੋਇਆ, ਉੱਥੇ 6-7 ਪ੍ਰੋਫੈਸਰ ਬੈਠੇ ਸਨ ਚਾਈਨਾ, ਆਪਣੇ ਆਪਣੇ ਫੀਲਡਦਾਰੀ ਪਰ ਬੜੇ ਪੰਜਾਬੀ ਕਹਿੰਦੇ ਫੰਨੇ ਖਾਂ ਪ੍ਰੋਫੈਸਰ ਬੈਠੇ ਹੋਏ ਸਨ। ਤਾਂ ਮੈਂ ਜਨਾਬ ਵਾਲਾ ਜਦ 3 ਸਾਲਾਂ 'ਚ ਕੰਮ ਕੀਤਾ ਸੀ ਤਾਂ ਬੜੇ ਖੁਸ਼ ਹੋਏ ਕਿ ਪ੍ਰੋਫੈਸਰ ਇੱਕ ਮੌਜਜ਼ਾ ਹੀ ਹੈ, ਔਰ ਮੌਜਜ਼ੇਦਾਰੀ ਬਸ ਅੱਲਾਹ ਤਾਲਾ ਦੀ ਜ਼ਾਤ ਹੀ ਕਰਵਾਉਂਦੀ ਹੈ। ਅੱਲਾਹ ਤਾਲਾ ਦੀ ਜ਼ਾਤ ਨੂੰ ਹੀ ਹੱਕ ਹੈ ਮੌਜਜ਼ੇ ਕਰਨ ਦਾ। ਤਾਂ ਬਸ ਅੱਲਾਹ ਤਾਲਾ ਦੀ ਜ਼ਾਤ ਇੱਜ਼ਤ ਬਣਾਈ ਜਾ ਰਹੀ ਹੈ। ਟਰਕਸ਼ ਯੂਨੀਵਰਸਿਟੀਆਂ ਬਹੁਤ ਸਾਰੀਆਂ ਮੈਨੂੰ ਜਾਣਦੀਆਂ ਨੇ, ਬਹੁਤ ਸਾਰੀ ਯੂਨੀਵਰਸਿਟੀ ਮੈਂ ਕੰਸਲਟੈਂਸੀ ਦੇ ਰਿਹਾ। ਸਪੇਨ ਦੀਆਂ ਯੂਨੀਵਰਸਿਟੀਆਂ ਨਾਲ ਮੈਂ ਕੰਮ ਕੀਤਾ ਹੈ, ਇਟਲੀ ਦੀ ਯੂਨੀਵਰਸਿਟੀ ਨਾਲ ਮੈਂ ਕੰਮ ਸ਼ਮ ਕਰ ਰਿਹਾ, ਵੀਅਤਨਾਮ ਦੀ ਯੂਨੀਵਰਸਿਟੀ ਨਾਲ ਕੰਮ ਸ਼ਮ ਕੀਤਾ ਹੈ। ਔਰ ਮਾਸ਼ਾਅੱਲਾ ਇਹ ਸਾਰੇ ਕੰਮ ਨੂੰ ਮੱਦੇਨਜ਼ਰ ਰੱਖਦੇ ਹੋਇਆ ਹੁਣ ਮਾਸ਼ਾਅੱਲਾ 2019 ਦੇ ਵਿੱਚ ਟਰਕਸ਼ ਯੂਨੀਵਰਸਿਟੀ, ਟਰਕਸ਼ ਗਵਰਨਮੈਂਟ ਨੇ ਮੈਨੂੰ ਸਾਇੰਟਿਸਟ ਆਫ ਦ ਈਅਰ ਦਾ ਅਵਾਰਡ ਦਿया था। ਫਿਰ ਉਸ ਤੋਂ ਬਾਅਦ ਜਨਾਬ ਫਿਰ ਦਸੰਬਰ 2019 ਦੇ ਵਿੱਚ ਦੋਸ਼ੇ ਯੂਨੀਵਰਸਿਟੀ ਟਰਕੀ ਨੇ ਮੈਨੂੰ ਡਿਸਟਿੰਗੁਇਸ਼ ਸਾਇੰਟਿਸਟ ਦਾ ਅਵਾਰਡ ਦਿੱਤਾ ਸੀ। ਫਿਰ ਇੰਡੀਆ ਤੋਂ ਪਿਛਲੇ ਸਾਲ ਮੈਨੂੰ ਆਊਟਸਟੈਂਡਿੰਗ ਰਿਸਰਚਰ ਦਾ ਅਵਾਰਡ ਮਿਲਿਆ ਹੈ। ਇਸ ਸਾਲ ਯੂਨੀਵਰਸਿਟੀ ਆਫ ਸਾਹੀਵਾਲ ਨੇ 16 ਮਈ ਨੂੰ ਟੀਚਰ ਟੂ ਨੇਸ਼ਨ ਦਾ ਅਵਾਰਡ ਮੈਨੂੰ ਦਿੱਤਾ ਹੈ। ਫਰਵਰੀ 2022 ਦੇ ਵਿੱਚ ਯੂਟੋਵਾ ਸਿਟੀ ਟਰਕੀ, ਉਹਨਾਂ ਦੇ ਮੇਅਰ ਨੇ ਮੈਨੂੰ ਆਊਟਸਟੈਂਡਿੰਗ ਐਮਰਜਿੰਗ ਮੁਸਲਿਮ ਸਕਾਲਰ ਦਾ ਅਵਾਰਡ ਦਿੱਤਾ ਹੈ। ਤਾਂ ਅੱਲਾਹ ਦਾ ਬੜਾ ਸ਼ੁਕਰ ਹੈ, ਜਿੰਨਾ ਕੰਮ ਕੀਤਾ ਅੱਲਾਹ ਤਾਲਾ ਦੀ ਜ਼ਾਤ ਉਹਦੇ 'ਚ ਬਰਕਤ ਪਾਈ ਜਾ ਰਹੇ ਨੇ। ਮੇਰੇ ਗੁਨਾਹਗਾਰ ਹੱਥ ਬਸ बेहतरीन। ਅੱਲਾਹ ਤਾਲਾ ਦੀ ਰਹਿਮਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਜ਼ਬਰਦਸਤ ਡਾਕਟਰ ਸਾਹਿਬ, ਮਾਸ਼ਾਅੱਲਾ ਬਹੁਤ ਅੱਛਾ ਤੁਹਾਡੀਆਂ ਗੁਫ਼ਤਗੂ ਹੈ, ਬੜਾ ਤੁਹਾਡਾ ਐਕਸਪੀਰੀਅੰਸ ਹੈ। ਮੁਹੰਮਦ ਮਾਲਿਕ ਸਾਹਿਬ ਅਮਰੀਕਾ ਤੋਂ ਕਹਿ ਰਹੇ ਨੇ ਮਾਸ਼ਾਅੱਲਾ, ਨਾਲ ਗੁਲਦਸਤਾ ਭੇਜਿਆ ਨੇ। ਚੌਧਰੀ ਨਦੀਮ ਸਾਹਿਬ ਕਹਿ ਰਹੇ ਨੇ ਮਾਸ਼ਾਅੱਲਾ। ਆਪਣੇ ਤਜਰਬੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸੁਫਿਆਨ ਭੱਟ ਸਾਹਿਬ ਦੇ ਸਵਾਲ ਦਾ ਜਵਾਬ ਦਿਓ। ਕਹਿ ਰਹੇ ਨੇ ਜਨਾਬ ਮਹਿੰਗਾਈ ਦਾ ਕੋਈ ਹੱਲ ਹੈ? ਮਹਿੰਗਾਈ ਨੂੰ ਕੰਟਰੋਲ ਹਰ ਕਰੋ। ਚੀਜ਼ ਦਾ ਹੱਲ ਹੈ। ਅਸੀਂ ਮੁਸਲਮਾਨ ਆ ਤੇ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ, ਸਭ ਤੋਂ ਵੱਡੀ ਗੱਲ ਹੈ। ਮਾਯੂਸੀ ਮੇਰੇ ਰੱਬ ਨੂੰ ਪਸੰਦ ਨਹੀਂ ਹੈਗੀ, ਠੀਕ ਹੈ। ਤੇ ਹਰ ਚੀਜ਼ ਦਾ ਹੱਲ ਹੈ। ਪਾਕਿਸਤਾਨ ਰਿਸੋਰਸਿਸ ਨਾਲ ਭਰਿਆ ਹੋਇਆ ਮੁਲਕ ਹੈ। ਜਿਹੜੇ 75 ਸਾਲ ਦੇ ਜਨਾਬੇ ਵੱਲਾ ਸਾਡੇ ਕੋਲ ਮਸਲੇ ਆ ਰਹੇ ਨੇ, ਉਹ ਹੀ ਨੇ ਕਿ ਪਿਛਲੀ ਗਵਰਨਮੈਂਟ ਗੁਨਾਹ ਕਰ ਗਈ ਤੇ ਉਹ ਗਵਰਨਮੈਂਟ ਗਈ, ਉਹਨੇ ਕਦੀ ਪਿਛਲੀ ਗਵਰਨਮੈਂਟ ਗੁਨਾਹ ਕਰ ਗਈ, ਤੇ ਬਸ ਅਸੀਂ ਰਹਿ ਇਸੇ ਤਰ੍ਹਾਂ ਹੀ ਪਾਕਿਸਤਾਨ ਨੂੰ ਇੱਕ ਤਜਰਬਾਕਾਰ ਬਣਾਇਆ ਹੋਇਆ ਤੇ ਐਕਸਪੈਰੀਮੈਂਟ ਅਸੀਂ ਕਰ ਰਹੇ ਹਾਂ, ਠੀਕ ਹੈ ਜੀ। ਉਹ ਹੁਣ ਤੇ ਮੇਰੀ ਗੱਲ ਸਮਝ ਗਏ। ਕੁਝ ਚੀਜ਼ਾਂ ਐਸੀਆਂ ਜਿਹੜੀਆਂ ਔਨ ਦਾ ਰਿਕਾਰਡ ਤੁਸੀਂ ਨਹੀਂ ਕਰ ਸਕਦੇ। ਤਾਂ ਮੇਰੇ ਖਿਆਲ 'ਚ ਪਾਕਿਸਤਾਨ ਨੂੰ ਅਗਰ ਐਕਸਪੈਰੀਮੈਂਟ ਤੋਂ ਤੁਸੀਂ ਬਾਹਰ ਕੱਢ ਲਓ
ਇਹ ਕੋਈ ਮਸਲੇ ਏਡੇ ਜ਼ਿਆਦਾ ਮਸਲੇ ਨਹੀਂ ਹੈਗੇ ਕੋਈ ਵੀ। ਦੇਖੋ ਤੁਸੀਂ ਥੋੜਾ ਜਿਹਾ ਪਿੱਛੇ ਆ ਜਾਓ ਕਿ 1996 ਤੋਂ ਲੈ ਕੇ ਅੱਗੇ ਐਸਾ ਕਿਹੜਾ ਕੰਮ ਕੀਤਾ ਪਾਕਿਸਤਾਨ ਨੇ ਕਿ ਪਾਕਿਸਤਾਨ ਦੁਨੀਆ ਦਾ 5ਵਾਂ ਮੁਲਕ ਸੀ ਜਿਹੜਾ ਗੰਦਮ ਬਰਾਮਦ ਕਰਦਾ ਸੀ। ਦੁਨੀਆ ਦਾ 5ਵਾਂ ਮੁਲਕ ਸੀ ਪਾਕਿਸਤਾਨ ਜਿਹੜਾ ਗੰਦਮ ਬਰਾਮਦ ਕਰਦਾ ਸੀ, ਔਰ ਪਾਕਿਸਤਾਨ ਹੀ ਪੂਰੇ ਏਸ਼ੀਆ ਨੂੰ ਗੰਦਮ ਬਰਾਮਦ ਕਰਦਾ ਸੀ। ਉਹ ਤੋਂ ਸਾਨੂੰ ਸੋਚਣਾ ਚਾਹੀਦਾ ਨਾ ਕਿ ਪਿੱਛੇ ਅਸਾਂ ਕਿਹੜੇ ਐਸੇ ਕੰਮ ਕੀਤੇ ਜਿਹੜੇ ਹੁਣ ਅਸਾਂ ਛੱਡ ਦਿੱਤੇ ਨੇ। ਹੁਣ ਤੁਹਾਡਾ ਜਨਾਬੇ ਵਾਲਾ ਇਹ ਹਾਲ ਹੋ ਗਿਆ, ਤੁਸੀਂ ਗੰਦਮ ਇੰਪੋਰਟ ਕਰਦੇ ਹੋ, ਤੁਸੀਂ ਟਮਾਟਰ ਇੰਪੋਰਟ ਕਰਦੇ ਹੋ, ਤੁਸੀਂ ਜਨਾਬੇ ਵਾਲਾ ਅਦਰਕ ਇੰਪੋਰਟ ਕਰਦੇ ਹੋ, ਖੁਰਦਨੀ ਆਇਲ ਇੰਪੋਰਟ करे ਇਹਦਾ ਮਤਲਬ ਕਿ ਤੁਸੀਂ ਇੱਕ ਜ਼ਰੀ ਮੁਲਕ ਸੋ, ਤੁਸਾਂ ਜ਼ਰਾਅਤ ਵੱਲ ਆਪਣੀ ਤਵੱਜੋ ਘੱਟ ਕਰ ਦਿੱਤੀ ਹੈ। ਹਾਲਾਂਕਿ ਤੁਸਾਂ ਇੰਡਸਟਰੀ ਵਾਲੀ ਤਵੱਜੋ ਤੁਸਾਂ ਘੱਟ ਕੀਤੀ ਹੋਈ ਹੈ, ਤੇ ਕੋਈ ਐਸੀ ਪਾਲਿਸੀ ਤੁਸਾਂ ਪ੍ਰੋਪਰ ਨਹੀਂ ਬਣਾਈ, ਢਹਾ ਕੇ ਸਾਨੂੰ ਸਾਰੀਆਂ ਚੀਜ਼ਾਂ ਚੱਲਦੀਆਂ ਜਾ ਰਹੀਆਂ ਨੇ। ਸਾਡੇ ਕੋਲ ਜ਼ਿਆਦਾ ਲੰਬੀ ਗੱਲ ਨਹੀਂ ਮੈਂ ਕਰਾਂਗਾ ਕਿ ਮੈਂ ਹਮੇਸ਼ਾ ਟੂ ਦੀ ਪੁਆਇੰਟ ਗੱਲ ਕਰਨਾ। ਤੁਹਾਡੇ ਕੋਲ ਇੱਕ ਬੜੀ ਅੱਛੀ ਐਗਜ਼ਾਮਪਲ ਹੈ ਮਲੇਸ਼ੀਆ ਦੀ। ਇਹ ਉਹ ਮੁਲਕ ਹੈ ਜਿਨੇ 1955 ਚ 60 ਚ ਸਾਡਾ 5 ਸਾਲਾ ਪਲਾਨ ਲੈ ਕੇ ਇਹਨਾਂ ਅਮਲ ਦਰਾਮਦ ਕੀਤਾ ਹੈ। ਇਹਨਾਂ 20 ਸਾਲ ਦਾ ਪਲਾਨ ਬਣਾਇਆ ਸੀ ਮਹਾਤਰੀ ਮੁਹੰਮਦ ਨੇ। ਤੁਹਾਡੇ ਕੋਲ ਵੇਖੋ ਮਲੇਸ਼ੀਆ ਕਿੱਥੇ ਚਲਾ ਗਿਆ। ਚਾਈਨਾ ਜਿਹਦੇ ਬਾਰੇ ਅਸੀਂ ਕਹਿੰਦੇ ਆ ਔਰ ਹੈ ਵੀ ਹਕੀਕਤ, ਉਹਦੇ ਨਾਲ ਸਾਡੀ ਦੋਸਤੀ ਜਿਹੜੀ ਹੈ ਉਹ ਹਿਮਾਲਿਆ ਤੋਂ ਜ਼ਿਆਦਾ ਉੱਚੀ ਹੈ ਤੇ ਸ਼ਹਿਦ ਨਾਲੋਂ ਜ਼ਿਆਦਾ ਮਿੱਠੀ ਹੈ। ਉਹਨਾਂ ਨੇ ਪਿਛਲੇ 20 ਸਾਲ ਦੇ ਵਿੱਚ 25 ਕਰੋੜ ਲੋਕਾਂ ਨੂੰ ਪਾਵਰਟੀ ਤੋਂ ਬਾਹਰ ਕੱਢਿਆ ਹੈ। ਤੇ ਚੀਜ਼ਾਂ ਸਾਡੇ ਨਾਲ ਕੀ ਹੋ ਰਿਹਾ ਹੈ, ਸਾਡੇ ਇੱਥੇ ਜਨਾਬ ਸਿਰਫ ਦਾਅਵੇ ਹੋ ਰਹੇ ਨੇ, ਠੀਕ ਹੈ ਜੀ, ਪ੍ਰੈਕਟੀਕਲ ਅਮਲ ਨਹੀਂ ਹੋ ਰਿਹਾ ਜਾਂ ਪ੍ਰੈਕਟੀਕਲ ਕੰਮ ਨਹੀਂ ਹੋ ਰਿਹਾ ਕੋਈ ਵੀ। ਹੁਣ ਮਹਿੰਗਾਈ ਦਾ ਜਿਸ ਮੇਰੇ ਦੋਸਤ ਨੇ ਤਜ਼ਕਰਾ ਕੀਤਾ ਹੈ, ਦੇਖੋ ਇਹ ਹੁਣ ਚੀਨੀਆਂ ਨੇ 70 ਰੁਪਏ ਤੇ ਕਰ ਦਿੱਤੀ ਹੈ, ਕਿਸ ਤਰ੍ਹਾਂ ਹੋ ਗਈ? ਆਟਾ ਇਹ ਕਹਿੰਦੇ ਜਾਂ ਸਸਤਾ ਕਰ ਦਿੱਤਾ ਹੈ, ਕਿਸ ਤਰ੍ਹਾਂ ਹੋ ਗਿਆ? ਸਿਰਫ ਔਰ ਸਿਰਫ ਸਾਡੇ ਮੁਲਕ ਵਿੱਚ ਇਸ਼ੂ ਕਿਹੜਾ ਹੈ? ਇਸ਼ੂ ਸਾਡੇ ਮੁਲਕ ਵਿੱਚ ਗਵਰਨੈਂਸ ਦੇ ਨੇ। ਅਗਰ ਸਹੀ ਤਰ੍ਹਾਂ ਇਹ ਕੰਮ ਕਰਨ ਨੀਅਤ ਨਾਲ, ਇਹ ਹੁਣ ਜਿਹੜੀ 11 ਜਮਾਤਾਂ ਇਕੱਠੀਆਂ ਹੋਈਆਂ ਨੇ, ਜੋ ਪਿਛਲੀ ਗਵਰਨਮੈਂਟ ਪਿਛਲੀ ਗਵਰਨਮੈਂਟ ਬਹੁਤ ਕੰਮ ਖਰਾਬ ਕਰ ਰਹੀ ਸੀ, ਹਾਂ ਕੰਮ ਖਰਾਬ ਕਰ ਰਹੀ ਸੀ। ਮੇਰਾ ਸਵਾਲ ਇਹ ਵੇ ਕਿ ਜੇ ਤੁਸੀਂ ਇਸ ਚੀਜ਼ ਤੇ ਇਕੱਠੇ ਹੋ ਸਕਦੇ ਹੋ, ਤੁਸੀਂ ਮਹਿੰਗਾਈ ਜੈਸੇ ਪੁਆਇੰਟ ਤੇ ਇਕੱਠੇ ਕਿਉਂ ਨਹੀਂ ਹੋ ਸਕਦੇ? ਔਰ ਦੂਸਰੀ ਗੱਲ ਹੈ ਜਿਹੜੀ ਬੜੀ ਇੰਪੋਰਟੈਂਟ ਹੈ, ਦੇਖੋ ਅਸਾਂ ਕਰਜ਼ੇ ਲੈ ਕੇ ਆਪਣੇ ਆਪ ਨੂੰ ਕਰਜ਼ਿਆਂ ਦੇ ਵਿੱਚ ਫਸਾ ਦਿੱਤਾ ਹੋਇਆ ਹੈ। ਔਰ ਬੜੀ ਕਾਮਨ ਜੀ ਗੱਲ ਹੈ ਕਿ ਕਰਜ਼ੇ ਲੈ ਕੇ ਘਰ ਚਲਾਏ ਜ਼ਰੂਰ ਜਾ ਸਕਦੇ ਨੇ, ਘਰ ਤਰੱਕੀ ਨਹੀਂ ਕਰਦੇ। ਤੋ ਹੁਣ ਜਦ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਉਹ ਜਿਹਦੇ ਕੋਲ ਤੁਸੀਂ 6 ਅਰਬ ਦੇ ਬਦਲੇ ਪੂਰਾ ਮੁਲਕ ਦਾ ਗਿਰਵੀ ਰੱਖ ਦਿੱਤਾ ਹੈ, ਉਹ ਹੁਣ ਤੁਹਾਨੂੰ ਕਹਿ ਰਹੇ ਜੀ ਕੀਮਤਾਂ ਵਧਾਓ, ਤੁਹਾਨੂੰ ਵਧਾਉਣੀਆਂ ਪੈ ਰਹੀਆਂ ਨੇ। ਉਹ ਹੁਣ ਕਹਿ ਰਹੇ ਜੀ ਆਪਣਾ ਬਿਜਲੀ ਦੀਆਂ ਕੀਮਤਾਂ ਵਧਾਓ, ਪੈਟਰੋਲ ਦੀਆਂ ਕੀਮਤਾਂ ਵਧਾਓ। ਮਕਸਦ ਗੱਲ ਕਰਨ ਦਾ ਇਹ ਹੈ ਕਿ ਓਵਰਆਲ ਅਸਾਂ ਜਿਹੜਾ ਡੋਮੈਸਟਿਕ ਪ੍ਰੋਡਕਸ਼ਨ ਸੀ ਨਾ, ਜਿਹੜੀ ਚੀਜ਼ਾਂ ਅਸਾਂ ਖੁਦ ਪ੍ਰੋਡਿਊਸ ਸਾਨੂੰ ਕਰਨੀਆਂ ਚਾਹੀਦੀਆਂ ਸਨ, ਉਹ ਤਰ੍ਹਾਂ ਅਸਾਂ ਤਵੱਜੋ ਖਤਮ ਕਰ ਦਿੱਤੀ ਹੈ, ਜਿਹਦੀ ਵਜ੍ਹਾ ਕਰਕੇ ਮਹਿੰਗਾਈ ਦਾ ਤੂਫਾਨ ਹੁਣ ਆ ਗਿਆ ਹੈ। ਔਰ ਇੱਕ ਹੋਰ ਬੜੀ ਮੈਂ ਸੋਚ ਰਿਹਾ ਸਾਂ ਗੱਲ ਇੱਕ ਕਿ ਦੇਖੋ ਹੁਣ ਸਾਡੇ ਅੱਗੇ ਤਾਂ ਆਵਾਮ ਦੀ ਜਾਂ ਮੇਰੀ ਕ੍ਰੈਡੀਬਿਲਿਟੀ ਨਾ ਹੋਵੇ ਤਾਂ ਮਸਲਾ ਕੋਈ ਨਹੀਂ, ਕੋਈ ਕਿਸੇ ਹੋਰ ਬੰਦਾ, ਲੇਕਿਨ ਜਿਹੜੇ ਪੋਲੀਟੀਕਲ ਲੀਡਰ ਨੇ ਕਮ ਸੇ ਕਮ ਯਾਰ ਇਹਨਾਂ ਦੇ ਮੂੰਹ ਦੇ ਅਲਫਾਜ਼ ਨਿਕਲਦੇ ਨੇ, ਉਹਦੀ ਕੋਈ ਕ੍ਰੈਡੀਬਿਲਿਟੀ ਹੋਣੀ ਚਾਹੀਦੀ ਹੈ। ਤੇ ਇੱਕ ਜਨਾਬ ਕੱਲ ਖਬਰ ਆ ਰਹੀ ਜੀ, ਗਵਰਨਮੈਂਟ ਨੇ ਫੈਸਲਾ ਇਹ ਕੀਤਾ ਹੈ ਕਿ ਤੇਲ ਦੀਆਂ ਕੀਮਤਾਂ ਸਾਡੀਆਂ ਅਸਾਂ ਇਸ 15 ਦਿਨ ਚ ਨਹੀਂ ਵਧਾਉਣੀਆਂ। ਦੂਸਰੇ ਨੇ ਜਦ ਮੁਫਤਾ ਇਸਮਾਈਲ ਸਾਹਿਬ ਕਹਿੰਦੇ ਜੀ ਕੀਮਤਾਂ ਹੋਰ 30 ਰੁਪਏ ਵੱਧ ਗਈਆਂ ਨੇ। ਤੋ ਬੇਸਿਕਲੀ ਗੱਲ ਕਰਨ ਦਾ ਮਕਸਦ ਹੈ ਕਿ ਜਿੰਨੀ ਦੇਰ ਤੱਕ ਪਾਕਿਸਤਾਨ ਆਪਣੀਆਂ ਚੀਜ਼ਾਂ ਖੁਦ ਪ੍ਰੋਡਿਊਸ ਕਰਨਾ ਨਹੀਂ ਸ਼ੁਰੂ ਕਰੇਗਾ, ਇਹ ਮਹਿੰਗਾਈ ਜੈਸੇ ਇਸ਼ੂ ਨੇ ਸਾਡੇ ਖਤਮ ਨਹੀਂ ਹੋਣੇ। ਪਰ ਦੂਸਰਾ ਮੈਂ ਸਮਝਦਾ ਕਿ ਥੋੜਾ ਸਾਨੂੰ ਆਪਣੇ ਜਿਹੜਾ ਲਿਵਿੰਗ ਸਟੈਂਡਰਡ ਹੈ ਉਹਨੂੰ ਵੀ ਥੋੜਾ ਜਿਹਾ ਮੇਰੇ ਖਿਆਲ ਚ ਚੇਂਜ ਕਰਨ ਦੀ ਜ਼ਰੂਰਤ ਹੈ। ठीक है डॉक्टर साहब, यासर इकबाल साहब लंदन तो कह रहे ने जब तक करप्शन पर सजा नहीं होगी पाकिस्तान तब तक नहीं ठीक नहीं होगा, की ख्याल? जी बिल्कुल ठीक कह रहे हैं। देखो गल उत्थे आ गई ना कि गवर्नेंस, करप्शन भी गवर्नेंस का इशू है, ठीक है जी। किसी चीज़ के अमल दरामद हुण असल च थोड़ा जिहा मैं करप्शन नूं डिफाइन कर दियां, मतलब कि करप्शन ये नहीं हैगी कि फलाने ने कमीशन खा लिया प्रोजेक्ट दे विचों ਜਾਂ ਫਲਾਣੇ ਨੇ ਪੈਸੇ ਕਰ ਲਏ। ਕਰਪਸ਼ਨ ਇੱਥੋਂ ਸ਼ੁਰੂ ਹੁੰਦੀ ਹੈ ਕਿ ਫਰਜ਼ ਕਰੋ ਤੁਸੀਂ ਇੱਕ ਅੱਛਾ ਕੰਮ ਕਰ ਸਕਦੇ ਹੋ, ਲੇਕਿਨ ਤੁਸੀਂ ਉਹ ਅੱਛਾ ਕੰਮ ਨਹੀਂ ਕੀਤਾ, ਇਹ ਵੀ ਕਰਪਸ਼ਨ ਹੈ। ਕਰਪਸ਼ਨ ਇਹ ਨਹੀਂ ਹੈਗੀ ਕਿ ਤੁਸੀਂ ਪੈਸੇ, ਉਹ ਤਾਂ ਸਾਨੂੰ ਨਜ਼ਰ ਆ ਰਹੀ ਹੈ ਕਿ ਤੁਸੀਂ ਠੀਕ ਮਾਲ ਤੁਸੀਂ ਲੁੱਟਿਆ, ਤੁਸੀਂ ਆਪਣੇ ਮੁਹੱਲੇ ਬਣਾਏ, ਤੁਸੀਂ ਆਪਣਾ ਪਤਾ ਨਹੀਂ ਕੀ ਕੋਈ ਤੁਸੀਂ ਕਰ ਲਿਆ, ਲੇਕਿਨ ਮੈਂ ਸਮਝਦਾ ਕਰਪਸ਼ਨ ਇੱਥੋਂ ਵੀ ਸ਼ੁਰੂ ਹੁੰਦੀ ਹੈ। ਮੈਂ ਇਹਨੂੰ ਆਪਣੇ ਤੋਂ ਸ਼ੁਰੂ ਕਰਨਾ, ਮਤਲਬ ਕਿ ਮੈਂ ਅੱਛੀ ਰਿਸਰਚ ਕਰ ਰਿਹਾ ਜਿੰਨਾ ਕੁ ਮੈਂ ਜਾਣ ਰਿਹਾ, ਅੱਲਾਹ ਤਾਲਾ ਮੇਰੀ ਇਸ ਰਿਸਰਚ 'ਚ ਬਰਕਤ ਪਾਏ। ਅਗਰ ਮੈਂ ਇਹ ਰਿਸਰਚ ਨਾ ਕਰਦਾ ਜਾਂ ਅੱਛੀ ਰਿਸਰਚ ਨਾ ਕਰਦਾ, ਇਹਦਾ ਮਤਲਬ ਕਿ ਮੈਂ ਕਰਪਟ ਆਦਮੀ ਹਾਂ। ਮੇਰੇ ਕੋਲ ਜਿਤਨੇ ਰਿਸੋਰਸਿਸ ਹੈਗੇ ਨੇ, ਜਿਤਨੀ ਮੇਰੀ ਸਕਿੱਲ ਹੈ, ਮੈਂ ਸਮਝਦਾ ਕਿ ਮੈਂ ਆਪਣੀ ਔਕਾਤ ਤੋਂ ਜ਼ਿਆਦਾ ਕੰਮ ਕਰ ਰਿਹਾ ਔਰ ਅੱਲਾਹ ਤਾਲਾ ਇਜਾਜ਼ਤ ਕੰਮ ਕਰਵਾ ਰਹੇ ਨੇ ਮੇਰੇ ਕੋਲੋਂ। ਇਸੇ ਤਰ੍ਹਾਂ ਸਾਡੇ ਪੋਲੀਟੀਕਲ ਲੀਡਰਸ ਨੇ, ਅਗਰ ਇਹਨਾਂ ਦੇ ਅੰਦਰ ਕੋਈ ਅਹਿਸਾਸ ਜ਼ਿੰਮੇਵਾਰੀ ਹੈ ਕਿ ਠੀਕ ਹੈ ਯਾਰ ਅਸੀਂ ਤੇ ਪਬਲਿਕ ਦੇ ਪੈਸਿਆਂ ਦੇ ਪਲ ਰਹੇ ਹਾਂ, 4-4 6-6 ਗੱਡੀਆਂ ਸਾਡੇ ਕੋਲ, ਗੱਡੀਆਂ ਚ ਮਤਲਬ ਬਾਡੀਗਾਰਡ ਬੈਠੇ ਨੇ, ਬਾਡੀਗਾਰਡ ਦੇ ਹੱਥ 'ਚ ਅਸਲਾ ਵੀ ਹੈਗਾ, ਕੋਈ ਬਹੁਤ ਕੁਝ ਇੰਨਾ ਪ੍ਰੋਟੋਕੋਲ ਅਸੀਂ ਲੈਨੇ ਆ, ਅਸੀਂ ਥੋੜੀ ਜਿਹੀ ਕੋਈ ਸ਼ਰਮ ਕਰੀਏ, ਆਵਾਮ ਵਾਸਤੇ ਵੀ ਡਿਲੀਵਰ ਕਰ ਦਈਏ। ਤੇ ਅਗਰ ਇਹ ਮੈਂ ਕਹਿੰਦਾ ਕਿ ਅਗਰ ਇਹ ਚੀਜ਼ ਲੀਡਰਾਂ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਸਾਰੀਆਂ ਚੀਜ਼ਾਂ ਗਰੋ ਕਰ ਸਕਦੀਆਂ ਨੇ। ਵਜ੍ਹਾ ਇਹ ਵੇ ਕਿ ਜਦੋਂ ਤੁਸੀਂ ਇਹ ਭੁੱਲ ਜਾਂਦੇ ਹੋ ਨਾ ਕਿ ਅਸਾਂ 5 ਸਾਲ ਪੂਰੇ ਕਰਨੇ ਨੇ, ਆਵਾਮ ਜਿੱਥੇ ਬੈਠੀ ਹੈ ਬੈਠੀ ਰਹੇ। ਤੇ ਜਿਹੜੇ ਸਰ ਸੂਰਤ ਅੱਜ ਕੱਲ੍ਹ ਚੱਲਦੀ ਹੈ ਨਾ ਵੀ ਇਹ ਚੀਜ਼ਾਂ ਇਸ ਤਰ੍ਹਾਂ ਚੱਲਣ ਦੀਆਂ। ਹੁਣ ਜਿਹੜੇ ਮੇਰੇ ਦੋਸਤ ਯਾਸਰ ਸਾਹਿਬ ਨੇ, ਉਹ ਜਿਹੜੇ ਮੁਲਕ 'ਚ ਬੈਠੇ ਹੋਏ ਨੇ, ਹੁਣ ਉਹ ਦੱਸਣ ਕਿਆ ਉਹਨਾਂ ਦੇ ਜਿਹੜੇ ਲੀਡਰਾਂ ਨੇ ਉਹਨਾਂ ਦੇ ਅਲਫਾਜ਼ ਦੀ ਕ੍ਰੈਡੀਬਿਲਿਟੀ ਹੈਗੀ ਹੈ ਕਿ ਨਹੀਂ ਹੈਗੀ? ਬਿਲਕੁਲ ਹੈਗੀ ਹੈ।
ਉਹਨਾਂ ਦੇ ਜਿਹੜੇ ਲੀਡਰਾਨ ਨੇ ਉਹ ਆਵਾਮ ਦੀ ਵੈਲਫੇਅਰ ਦੀ ਗੱਲ ਕਰਦੇ ਨੇ ਕਿ ਨਹੀਂ ਕਰਦੇ, ਬਲਕਿ ਉਹ ਗੱਲ ਵੀ ਕਰਦੇ ਨੇ, ਉਹ ਕੰਮ ਵੀ ਕਰਦੇ ਨੇ। ਅਸੀਂ ਸਿਰਫ ਇਹਦੇ ਦਾਅਵੇ ਕਰਨ ਡਏ ਹਾਂ। तो मैं ये कह रहा कि जिन्नी देर तक तुहाडे अपने अंदर प्योरिटी नहीं आएगी, तुहाडे अपने देखो ईमानदारी ये नहीं कि वो इमरान साहब तो शुरू होवे, ईमानदारी शहबाज तो भी क्यों ना शुरू होवे, ते जिन्नी देर तक ਅਸੀਂ अपने आप ਨੂੰ ऑनेस्ट तरीके ਦੇ ਨਾਲ ਸੋਚਾਂਗੇ ਨਹੀਂ, ਇਹ ਸਾਡੇ ਇਸ਼ੂ ਹੱਲ ਨਹੀਂ ਹੋਣੇ। ਕਰਪਸ਼ਨ ਦਾ ਇੱਕ ਬੜਾ ਮਾਈਨਰ ਜਿਹਾ ਪਾਰਟ ਹੈ। ਤੁਸੀਂ ਮੈਨੂੰ ਦੱਸੋ ਕਿ ਫਾਈਨੈਂਸ਼ੀਅਲ ਕਰਪਸ਼ਨ ਨੂੰ ਤੁਸੀਂ ਕਵਰ ਕਰ ਲੋਗੇ, ਲੇਕਿਨ ਜਿਹੜੀ ਤੁਹਾਡੀ ਰੂਹ ਦੀ ਕਰਪਸ਼ਨ ਹੈ ਉਹਨੂੰ ਕਿਹੜਾ ਬੰਦਾ ਸਾਫ਼ ਕਰੇਗਾ? ਉਹਨੂੰ ਤੁਸੀਂ ਸਾਫ਼ ਕਰ ਸਕਦੇ ਹੋ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਜਿਹੜੇ ਸਿਆਸਤਦਾਨ ਆਵਾਮ ਦੇ ਪੈਸੇ ਤੇ ਪਲ ਰਹੇ ਨੇ ਉਹਨਾਂ ਨੂੰ ਮੁਲਕ ਠੀਕ ਕਰਨਾ ਚਾਹੀਦਾ, ਜਦਕਿ ਇਮਰਾਨ ਖਾਨ ਸਾਹਿਬ ਕਹਿੰਦੇ ਨੇ ਇੱਥੇ ਸਿਆਸਤਦਾਨ ਨੇ ਜਿਹੜੇ ਉਹ ਬੜੇ ਬੜੇ ਬਿਜ਼ਨਸਮੈਨ ਨੇ। ਇਹ ਤੇ ਕੰਟਰਾਡਿਕਸ਼ਨ ਆ ਰਹੀ। ਦੇਖੋ ਜੀ, ਮੈਂ ਇਮਰਾਨ ਖਾਨ ਸਾਹਿਬ ਦੇ ਨਾਲ ਵੀ ਇਤਫਾਕ ਨਹੀਂ ਕਰਦਾ। ਉਹਦੀ ਵਜ੍ਹਾ ਇਹ ਵੇ ਕਿ ਮੈਂ ਤੇ ਉਸ ਲੀਡਰ ਦੀ ਕਦਰ ਕਰਾਂਗਾ ਜਿਹੜੇ ਮੇਰੇ ਲੋਕਾਂ ਦੀ ਵੈਲਫੇਅਰ ਦੀ ਗੱਲ ਕਰੇਗਾ, ਵੈਲਫੇਅਰ ਤੇ ਕੰਮ ਕਰੇਗਾ, ਲੋਕਾਂ ਦੀ ਵੈਲਫੇਅਰ ਨੂੰ ਇੰਪਰੂਵ ਕਰੇਗਾ। ਇਮਰਾਨ ਖਾਨ ਸਾਹਿਬ ਵੀ ਜਦੋਂ ਆਏ ਸਨ ਇੰਨਾ ਸ਼ੋਰ ਪਾਇਆ ਸੀ ਕਿ ਮੇਰੇ ਕੋਲ ਦੁਨੀਆ ਦੇ 200 ਬਿਹਤਰੀਨ ਇਕਨੋਮਿਸਟ ਨੇ ਜੀ, ਮੈਂ ਉਹ ਬਲਕਿ ਉਹਨਾਂ ਦੇ ਇੱਕ ਬੜੇ ਲਾਡਲੇ ਵਜ਼ੀਰ ਸਨ ਜਿਹੜੇ ਕਹਿੰਦੇ ਹਨ ਜੀ ਮੈਂ ਅੱਜ ਚੁਟਕੀ ਮਾਰਾਂਗਾ ਤੇ 200 ਅਰਬ ਡਾਲਰ ਆ ਜਾਂਦੇ, 100 ਅਰਬ ਉਹਦੇ ਮੂੰਹ ਤੇ ਮਾਰਾਂਗੇ, 100 ਅਰਬ ਉਹਦੇ ਮੂੰਹ ਤੇ ਮਾਰਾਂਗੇ ਤਾਂ ਮੁਲਕ ਜਨਾਬ ਇਸ ਤਰ੍ਹਾਂ ਤਰੱਕੀ ਕਰ ਜਾਏਗਾ। ਜਦੋਂ ਗਵਰਨਮੈਂਟ ਇਹਨਾਂ ਦੇ ਕੋਲ ਆਈ ਏ, ਇਹ ਪ੍ਰੈਕਟੀਕਲੀ ਕੁਝ ਨਹੀਂ ਕਰ ਸਕੇ ਪਿਛਲੇ ਪੌਣੇ 4 ਸਾਲ ਸਿਵਾਏ ਦਾਅਵਿਆਂ ਤੋਂ। ਮੈਨੂੰ ਅੱਜ ਤੱਕ ਕੋਈ ਚੁਟਕੀ ਦੀ ਆਵਾਜ਼ ਨਜ਼ਰ ਨਹੀਂ ਆਈ। ਆਪਣਾ ਇਮਰਾਨ ਸਾਹਿਬ ਤੁਹਾਨੂੰ ਕੋਲ ਨਜ਼ਰ ਆਈ ਹੋਵੇ, ਸੁਣਾਈ ਤੁਸੀਂ ਦਿੰਦੀ ਹੋਵੇ ਮੈਨੂੰ ਦੱਸਿਓ ਜੀ। ਉਹ ਨਾ ਉਹ 100 ਅਰਬ ਆਇਆ, ਨਾ ਉਹ 200 ਅਰਬ ਆਇਆ, ਨਾ 100 ਰੁਪਏ ਨਾਲ ਕਿਸੇ ਵਾਪਸ ਕੀਤਾ। ਈਵਨ ਕਿ ਨਾ ਜਨਾਬੇ ਵੱਲਾ ਇਸ ਦੌਰੇ ਹੁਕੂਮਤ ਵਿੱਚ ਜਿਹੜੀਆਂ ਤਨਖਾਹਾਂ ਨੇ ਉਹ ਵੀ ਸਾਡੀਆਂ ਕਰਜ਼ਿਆਂ ਤੇ ਚੱਲਦੀਆਂ ਪਈਆਂ, ਬਲਕਿ ਜਿਹੜੇ ਸਾਡੇ ਵੱਡੇ ਵੱਡੇ ਅਦਾਰੇ ਨੇ ਸਟੇਕ ਹੋਲਡਰ ਉਹਨਾਂ ਦੀ ਤਨਖਾਹਾਂ ਵੀ ਕਰਜ਼ਿਆਂ ਤੇ ਚੱਲਣ ਡਈਆਂ। ਮਕਸਦ ਇੱਕ ਤੁਹਾਡੇ ਕੋਲ ਤੁਸੀਂ 200 ਇਕਨੋਮਿਸਟ ਦੀ ਗੱਲ ਕਰਦੇ ਹੋ, ਮੈਂ ਕਹਿੰਦਾ ਕਿ ਤੁਹਾਡੇ ਕੋਲ 4 ਇਕਨੋਮਿਸਟ ਚੰਗੇ ਕੰਮ ਦੇ ਹੁੰਦੇ ਨਾ। ਪਿਛਲੇ 4 ਸਾਲ ਚ ਕੰਮ ਕਿਸੇ ਬੰਦੇ ਨੇ ਕੀਤਾ, ਡਾਕਟਰ ਸਾਨੀਆ ਨਸ਼ਤਰ ਨੇ ਕੀਤਾ, ਉਹਦਾ ਕੰਮ ਨਜ਼ਰ ਆ ਰਿਹਾ ਸਾਰਿਆਂ ਨੂੰ। ਬਾਕੀ ਤਾਂ ਕੋਈ ਕੰਮ ਸ਼ਮ ਨਹੀਂ ਹੋਇਆ ਕੋਈ। तो खाली ये दावे करना या ये कहना, ये मन देखो करप्शन जैसा लफ्ज ਜਿਹੜਾ ਨਾ, ਕਰਪਸ਼ਨ ਨੂੰ ਮੈਂ ਦਾਅਵੇ ਨਾਲ ਗੱਲ ਕਰ ਆਪਣੀ ਜ਼ਿੰਮੇਵਾਰੀ ਲੈ ਕੇ ਗੱਲ ਕਰ ਰਿਹਾ। ਕਰਪਸ਼ਨ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਕਰਪਸ਼ਨ ਨੂੰ ਤੁਸੀਂ ਡਿਫਾਈਨ ਕਰ ਸਕਦੇ ਹੋ, ਖਤਮ ਤੁਸੀਂ ਕਦੇ ਨਹੀਂ ਕਰ ਸਕਦੇ। ਠੀਕ ਹੈ, ਜਿੱਥੇ ਡਿਵੈਲਪਮੈਂਟ ਹੁੰਦੀ ਹੈ, ਜਿੱਥੇ ਪ੍ਰੋਜੈਕਟ ਚੱਲਦੇ ਨੇ, ਇਹ ਕਰਪਸ਼ਨ ਕਦੋਂ ਸ਼ੁਰੂ ਹੋਇਆ? ਤੁਸੀਂ 1980s ਦੇ ਤੁਸੀਂ ਦੇਖੋ, 1980 ਤੋਂ ਬਾਅਦ ਡਿਵੈਲਪਮੈਂਟ ਸ਼ੁਰੂ ਹੋਈ ਹੈ। 1980 ਤੋਂ ਬਾਅਦ ਡਿਵੈਲਪਮੈਂਟ ਪ੍ਰੋਜੈਕਟ ਸਾਰੇ ਸ਼ੁਰੂ ਹੋਏ। 1980 ਤੋਂ ਬਾਅਦ ਹੀ ਕਰਪਸ਼ਨ ਜੈਸਾ ਇਸ਼ੂ ਜਿਹੜਾ ਨਾ ਉਹ ਨਮੂਦਾਰ ਹੋਇਆ। तो करप्शन ਜਿਹੜੀ ਉਹ ਕੁਝ ਚੀਜ਼ਾਂ ਵਾਸਤੇ ਜ਼ਰੂਰੀ ਵੀ ਹੁੰਦੀ ਹੈ, ਔਰ ਕਰਪਸ਼ਨ ਦਾ ਵੀ ਇੱਕ ਲੈਵਲ ਹੁੰਦਾ ਹੈ। ਉਹ ਲੈਵਲ ਕ੍ਰਾਸ ਨਹੀਂ ਤੁਹਾਡਾ ਹੋਣਾ ਚਾਹੀਦਾ। ਉਹਨੂੰ ਅਸੀਂ ਮਿਨੀਮਮ ਕ੍ਰਿਟੀਕਲ ਲੈਵਲ ਵੀ ਕਹਿ ਸਕਦੇ। ਉਹ ਥ੍ਰੈਸ਼ਹੋਲਡ ਤੋਂ ਬਾਅਦ ਜੇ ਤੁਸੀਂ ਚਲੇ ਜਾਓ ਤਾਂ ਫਿਰ ਤੁਹਾਡੀ ਗਰੋਥ ਵੀ ਰੁਕ ਜਾਂਦੀ ਹੈ। ਅਗਰ ਤੁਸੀਂ ਕੰਟਰੋਲ ਰੱਖੋ ਤਾਂ ਚੀਜ਼ਾਂ ਤੁਹਾਡੀਆਂ ਸਪੋਰਟਿਵ ਰਹਿੰਦੀਆਂ ਨੇ। ਤਾਂ ਮਕਸਦ ਇਹ ਕਿ ਉਹ ਇਮਰਾਨ ਸਾਹਿਬ ਜਿਹੜੀ ਇਹ ਗੱਲ ਕਰ ਰਹੇ ਨੇ ਉਹ ਗੱਲ ਤਾਂ ਠੀਕ ਹੈ, ਲੇਕਿਨ ਸਵਾਲ ਇਹ ਹੈ ਕਿ ਇਮਰਾਨ ਖਾਨ ਸਾਹਿਬ ਨੇ ਪਿਛਲੇ ਪੌਣੇ 4 ਸਾਲ ਕੀ ਕੀਤਾ ਉਹਨਾਂ? ਮਤਲਬ ਕਿ ਮੈਂ ਇਕਨੋਮਿਸਟ ਹਾਂ, ਮੈਂ ਚੀਜ਼ਾਂ ਨੂੰ ਸਮਝ ਸਕਣਾ, ਔਰ ਮੈਂ ਇਹ ਵੀ ਐਗਰੀ ਕਰਨਾ ਕਿ ਮੁਲਕ ਹੁਣੇ ਖਰਾਬ ਨਹੀਂ ਹੋਇਆ, ਇਹ ਸ਼ੁਰੂ ਚੀਜ਼ਾਂ ਚੱਲਦੀਆਂ ਆ ਰਹੀਆਂ। ਲੇਕਿਨ ਐਟਲੀਸਟ 4 ਸਾਲ ਦੇ ਵਿੱਚ ਯਾਰ ਤੁਸੀਂ ਕੋਈ ਚੀਜ਼ਾਂ ਨੂੰ ਡਾਇਰੈਕਟ ਕਰ ਸਕਦੇ ਹੋ, ਤਾਂ ਕੋਈ ਚੀਜ਼ਾਂ ਤੁਸੀਂ ਉਹਦੀ ਬੁਨਿਆਦ ਤੁਸੀਂ ਖੜੀ ਕਰ ਸਕਦੇ ਹੋ। ਤਾਂ ਤੁਸੀਂ ਡਾਇਰੈਕਟ ਕਰਦੇ ਨੇ ਚੀਜ਼ਾਂ, ਡਾਇਰੈਕਟ ਕਰਦੇ ਨੇ, ਜ਼ਰੂਰ ਕਰਦੇ ਨੇ। ਪ੍ਰੈਸ ਕਾਨਫਰੰਸਾਂ ਰੋਜ਼ ਹੁੰਦੀਆਂ ਨੇ, ਉਹ ਡਾਇਰੈਕਟ ਇਹ ਕਰਦੇ ਨੇ ਕਿ ਪਿਛਲੀ ਹੁਕੂਮਤ ਨੇ ਇਹ ਕੰਮ ਕੀਤਾ, ਪਿਛਲੀ ਹੁਕੂਮਤ ਦੀ ਇਹ ਗਲਤੀ ਸੀ। ਆਪਣਾ ਆਪ ਨਹੀਂ ਦੱਸਣਾ ਕਿ ਅਸੀਂ ਕੀ ਕਰ ਰਹੇ। ਉਹ ਹੀ ਹੋ ਗਿਆ ਨਾ। ਪਿੱਛੇ ਤਾਂ ਮੈਂ ਤੁਹਾਨੂੰ ਬੜੀ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੇ ਰਿਹਾ। ਮੈਂ ਪਿੱਛੇ ਤਾਂ ਮੈਂ ਇੱਕ ਛੋਟਾ ਜਿਹਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਆਪਣੇ ਬੇਟੇ ਦੇ ਨਾਲ। ਮੈਂ ਬੱਚਿਆਂ ਦਾ ਸਕੂਲ ਜਿਹਨਾਂ 4 ਕਿਲੋਮੀਟਰ ਦਾ ਬਲਾਕ ਬਣਾ ਕੇ ਮੈਂ ਸਕੂਲ ਨੂੰ ਨੋਮੀਨੇਟ ਕਰ ਰਿਹਾ। ਤਾਂ ਮੈਂ ਉੱਥੇ ਬੈਠਾ ਟੀਚਰਾਂ ਨਾਲ ਗੱਲ ਕਰ ਰਿਹਾ। ਤਾਂ ਬਸ ਮਤਲਬ ਕਿ ਤੁਸੀਂ ਦੇਖੋ ਹੁਣ ਸਾਡਾ ਇਹ ਕਰਪਸ਼ਨ ਤੁਸੀਂ ਕਿੱਥੋਂ ਖਤਮ ਕਰੋਗੇ? ਪਬਲਿਕ ਇੰਪਲਾਏ ਪਬਲਿਕ ਇੰਸਟੀਟਿਊਸ਼ਨ 'ਚ ਬੈਠਾ ਹੋਇਆ ਹੈ, ਸਿਆਸਤ ਦੀਆਂ ਗੱਲਾਂ ਕਰ ਰਿਹਾ ਹੈ। ਉੱਥੇ ਮੈਨੂੰ ਇੱਕ ਬੰਦਾ ਕਹਿ ਰਿਹਾ ਜੀ ਉਹ ਦੇਖੋ ਜੀ ਪਿਛਲੀ ਗਵਰਨਮੈਂਟ ਨੇ ਇਹ ਕੀਤਾ, ਇਹ ਗਵਰਨਮੈਂਟ ਨੇ ਇੰਜ ਕੀਤਾ। ਤਾਂ ਇਹ ਮੈਂ ਕਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਅਸੀਂ ਜ਼ਿਆਦਾ ਲੰਬੇ ਨਹੀਂ ਜਾਂਦੇ ਕੋਈ ਵੀ। ਉਹਨਾਂ ਦਿਨਾਂ ਜਦ ਤੋਸ਼ਾ ਖਾਨ ਦਾ ਬੜਾ ਇਸ਼ੂ ਸ਼ੁਰੂ ਹੋਇਆ ਸੀ ਨਾ, ਕਿ ਲੋ ਜੀ ਚੀਜ਼ਾਂ ਨੇ ਵੇਚੀਆਂ, ਜਿਹਦੇ 'ਚ ਇੱਕ ਬਿਆਨ ਸਾਡੇ ਕੋਲ ਇਹ ਵੀ ਆਇਆ ਜੀ ਮੈਨੂੰ ਤੋਹਫਾ ਮਿਲਿਆ ਸੀ ਮੈਂ ਵੇਚ ਦਿੱਤਾ। ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਤੋਹਫਾ ਤੁਹਾਨੂੰ ਨਹੀਂ ਮਿਲਿਆ ਹੈਗਾ, ਤੋਹਫਾ ਮਿਲਿਆ ਪ੍ਰਾਈਮ ਮਿਨਿਸਟਰ ਹਾਊਸ ਨੂੰ, ਔਰ ਪ੍ਰਾਈਮ ਮਿਨਿਸਟਰ ਕਿਸ ਦਾ? ਪਾਕਿਸਤਾਨ ਦਾ। ਤੋਹਫਾ ਉਸ ਜਗ੍ਹਾ ਜਾਣਾ ਚਾਹੀਦਾ। ਤੁਸੀਂ ਆਪ ਕਹਿੰਦੇ ਮੈਂ ਤਬਦੀਲੀ ਦੇ ਨਾਂ ਤੋਂ ਆਇਆ, ਪਿਛਲੇ ਲੋਕ ਕਰਪਟ ਨੇ, ਠੀਕ ਹੈ ਜੀ, ਤਾਂ ਤੁਸੀਂ ਆਪ ਵੀ ਉਹੀ ਕੰਮ ਕਰਨ ਰਹੇ ਹੋ। ਤੇ ਫਿਰ ਮੈਨੂੰ ਦੱਸੋ ਕਿ ਜਿਹੜੀ ਤੁਹਾਡਾ ਇੱਕ ਬੁਨਿਆਦ ਸੀ ਜਮਾਤ ਰੱਖਣ ਦੀ, ਜਾਂ ਤੁਹਾਡੀ ਇੱਕ ਬੁਨਿਆਦ ਸੀ ਸਿਆਸਤ ਚ ਆਉਣ ਦੀ, ਉਸ ਬੁਨਿਆਦ ਨਾਲ ਤੁਸੀਂ ਖੁਦ ਹੀ ਕੰਟਰਾਡਿਕਟ ਕਰ ਦਿੱਤਾ। ਉਹਨਾਂ ਤੇ ਚਲੋ ਠੀਕ, ਉਹਨਾਂ ਕਰਪਸ਼ਨ ਕੀਤੀ, ਉਹਨਾਂ ਸਾਰਾ ਕੁਝ ਕੀਤਾ, ਮੈਂ ਮੰਨ ਲਈ ਗੱਲ। ਤੁਸੀਂ ਦੱਸੋ ਕਿ ਤੁਸੀਂ ਤੋਸ਼ਾ ਖਾਨ ਦੇ ਤੋਹਫੇ ਵੇਚ ਕੇ ਤੁਸੀਂ ਕਿਹੜਾ ਉਹਨਾਂ ਨਾਲੋਂ ਘੱਟ ਕੰਮ ਕੀਤਾ? ਤਾਂ ਗੱਲ ਸਰ ਇਹ ਕਿ ਸਾਰੇ ਚਿਹਰੇ ਮੋਰੇ ਇੱਕੋ ਜਿਹੇ ਨੇ, ਠੀਕ ਹੈ ਜੀ, ਇਹ ਨਾਲ ਸਾਰੇ ਅਮਾਲ ਇੱਕੋ ਜਿਹੇ ਨੇ। ਇਹ ਮੈਨੂੰ ਅਫਸੋਸ ਇਸ ਚੀਜ਼ ਦਾ ਵੀ ਹੋ ਰਿਹਾ ਕਿ ਅਸੀਂ ਬੀਇੰਗ ਅ ਨੇਸ਼ਨ ਪਿਛਲੇ 75 ਸਾਲ ਚ ਅਸੀਂ ਕੋਈ ਲੀਡਰ ਪੈਦਾ ਨਹੀਂ ਕਰ ਸਕੇ ਇਹੋ ਜਿਹਾ ਕਿ ਜਿਹੜਾ ਕਮ ਸੇ ਕਮ ਆ ਕੇ ਸਾਡੇ ਵੈਲਫੇਅਰ ਦਾ ਖਿਆਲ ਕਰੇ। ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੀ ਮੌਜੂਦਾ ਮਹਿੰਗਾਈ ਦੇ ਨਾਲ ਆਵਾਮ ਦਾ ਮੱਕੂ ਠੱਪਿਆ ਜਾ ਰਿਹਾ, ਇਹ ਅੰਦਰੂਨੀ ਸਾਜ਼ਿਸ਼ ਹੈ ਜਾਂ ਕਿ IMF ਜਾਂ ਵਰਲਡ ਬੈਂਕ ਦਾ ਇਹਦੇ 'ਚ ਕਿਰਦਾਰ ਹੈ?
ਦੇਖੋ ਮੈਂ ਅੱਗੇ ਤੁਹਾਡੇ ਨਾਲ ਗੱਲ ਕਰ ਰਿਹਾ, ਕੁਝ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਮੈਂ ਹੁਣ ਦਾ ਰਿਕਾਰਡ ਨਹੀਂ ਕਰ ਸਕਦਾ, ਲੇਕਿਨ ਗੱਲ ਇਹ ਵੇ ਮੈਂ ਇੱਕ ਚूंकि ਵੀਲਾਗਰ ਵੀ ਹੈਗਾ, ਠੀਕ ਹੈ, ਔਰ ਮੈਂ ਨਿਊਜ਼ ਆਰਟੀਕਲ ਵੀ ਬੜੇ ਬਕਾਇਦਗੀ ਨਾਲ ਲਿਖਣਾ ਵਾ। ਇੱਕ ਚੀਜ਼ ਮੇਰੀ ਇਮਰਾਨ ਤੁਸੀਂ ਜ਼ਿਹਨ 'ਚ ਬਿਠਾ ਲਵੋ, ਉਹ ਇਹ ਕਿ IMF ਜਿਹੜੇ ਮੁਲਕ ਹੀ ਕਦਮ ਰੱਖੇਗਾ ਨਾ, ਠੀਕ ਹੈ ਜੀ, ਉੱਥੇ ਇੱਕ ਇਕਨੋਮਿਕ ਮਿਜ਼ਰੀ ਦਾ ਲਫ਼ਜ਼ ਇਸਤੇਮਾਲ ਕਰਨੇ ਆ, ਠੀਕ ਹੈ, ਉਹ ਬਹੁਤ ਜ਼ਿਆਦਾ ਹੋਏਗੀ। ਇਕਨੋਮਿਕ ਮਿਜ਼ਰੀ ਜਿਹੜੀ ਉਹ ਫਿਰ ਅਵਾਮੀ ਅਨਰੈਸਟ ਦਾ ਬਾਇਸ ਬਣਦੀ ਹੈ। ਅਵਾਮੀ ਸਾਰੀ ਬਾਤ ਜਦੋਂ ਅਨਰੈਸਟ ਹੋਏਗਾ ਤੇ ਪੋਲੀਟੀਕਲ ਇਨਸਟੇਬਿਲਿਟੀ ਦੀ ਗੱਲ ਹੋਏਗੀ। ਹੁਣ ਆ ਜਾਓ ਕੋਈ ਇਕਨੋਮਿਕ ਮਿਜ਼ਰੀ ਕਿਸ ਤਰ੍ਹਾਂ ਬਣਦੀ ਹੈ ਬਈ, ਤੁਹਾਡੇ ਹਾਂ ਇੰਟਰਸਟ ਰੇਟ ਬਹੁਤ ਜ਼ਿਆਦਾ ਕਰ ਦਿੱਤੇ ਗਏ, ਠੀਕ ਹੈ, ਤੁਹਾਡੇ ਹਾਂ ਇਨਵੈਸਟਮੈਂਟ ਨੂੰ ਰੋਕਣ ਦੀ ਹਰ ਕੋਸ਼ਿਸ਼ ਕੀਤੀ ਗਈ, ਉਹਦੇ ਨਾਲ ਅਨਇੰਪਲੋਇਮੈਂਟ ਵੱਧ ਗਿਆ, ਠੀਕ ਹੈ, ਬਿਜਲੀ ਦੀਆਂ ਕੀਮਤਾਂ ਤੁਸੀਂ ਵਧਾਈ ਦਿੱਤੀਆਂ ਵੀ ਉਹ ਜਾਂਦੇ ਵਾਲਾ ਤੁਹਾਨੂੰ IMF ਕਹਿ ਰਿਹਾ ਕਿ ਆਪਣੇ ਖਰਚੇ ਘੱਟ ਕਰੋ, ਖਰਚੇ ਘੱਟ ਕਰੋ, ਖਰਚੇ ਘੱਟ ਕਰੋ। IMF ਠੀਕ ਕਹਿ ਰਿਹਾ, ਔਰ IMF ਫਿਰ ਜ਼ਾਰੀ ਬਾਤ ਤੁਹਾਨੂੰ ਫਿਰ ਜਗ੍ਹਾ ਦੱਸਦਾ ਕਿ ਜੀ ਇੱਥੋਂ ਦੀ ਖਰਚਾ ਘੱਟ ਕਰ ਸਕਦੇ, ਇੱਥੋਂ ਮਤਲਬ ਕਿ ਹੁਣ ਜਾਂ ਪਹਿਲਾਂ ਕੀ ਹੋਇਆ, ਹੁਣ 55% ਯੂਨੀਵਰਸਿਟੀ ਦਾ ਬਜਟ ਕੱਟ ਹੋ ਗਿਆ। ਇੱਕ ਇਹ ਬੜਾ ਜ਼ੁਲਮ ਹੁੰਦਾ ਹੈ ਕਿ ਜਦੋਂ ਕੋਲੋਂ ਖਰਚੇ ਘੱਟ ਕਰਨ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੱਢ ਤੁਸੀਂ ਯੂਨੀਵਰਸਿਟੀਆਂ ਨੂੰ ਲਾਉਂਦੇ ਹੋ। ਮੇਰਾ ਸਵਾਲ ਹੈ ਕਿ ਤੁਸੀਂ ਆਪਣੇ ਅਨਪ੍ਰੋਡਕਟਿਵ ਅਖਰਾਜਾਤ ਜਿਹੜੇ ਉਹ ਤੁਸੀਂ ਕੱਟ ਕਿਉਂ ਨਹੀਂ ਕਰਦੇ? ਤੇ ਉਹ ਫਿਰ ਜਾਂਦੇ ਵਾਲਾ ਹੁੰਦਾ ਕਿ ਜਦੋਂ ਤਾਂ ਪੈਟਰੋਲ ਮਹਿੰਗਾ ਹੋ ਗਿਆ, ਤੁਹਾਡੀ ਬਿਜਲੀ ਮਹਿੰਗੀ ਹੋ ਗਈ, ਉਹਦੇ ਨਾਲ ਤੁਹਾਡਾ ਇਨਫਲੇਸ਼ਨ ਵਧੇਗਾ। ਪਹਿਲਾਂ ਇਨਵੈਸਟਮੈਂਟ ਨਾ ਹੋਣ ਦੀ ਵਜ੍ਹਾ ਨਾਲ ਜਾਂ ਇਨਵੈਸਟਰ ਦਾ ਕੌਨਫੀਡੈਂਸ ਲੂਜ਼ ਹੋ ਜਾਂਦਾ ਹੈ, ਉਹਦੀ ਵਜ੍ਹਾ ਨਾਲ ਇਨਵੈਸਟਮੈਂਟ ਘੱਟ ਹੁੰਦੀ, ਤੁਹਾਡੇ ਅਨਇੰਪਲੋਇਮੈਂਟ ਵੱਧ ਗਿਆ, ਨਾਲ ਤੁਹਾਡਾ ਇਨਫਲੇਸ਼ਨ ਵੱਧ ਗਿਆ। ਇਹ ਦੋਵੇਂ ਚੀਜ਼ਾਂ ਮਿਲ ਕੇ ਤੁਹਾਡੀ ਇਕਨੋਮਿਕ ਮਿਜ਼ਰੀ ਨੂੰ ਵਧਾਉਂਦੀਆਂ ਨੇ। ਮੈਨੂੰ ਕੋਈ ਐਸੀ ਹਿਸਟਰੀ ਦੱਸ ਦਿਓ ਕਿਸੇ ਐਸੇ ਮੁਲਕ ਦੀ ਕਿ ਜਿੱਥੇ ਜਨਾਬੇ ਵਾਲਾ IMF ਨੇ ਪੈਰ ਰੱਖਿਆ ਹੋਵੇ ਔਰ ਮੁਲਕ ਨੂੰ ਗਰੋ ਕੀਤਾ ਹੋਵੇ। ਔਰ ਤੁਸੀਂ ਇੱਕ ਤੁਸੀਂ ਬੇਵਕੂਫੀ ਵੇਖੋ ਨਾ ਇਹਨਾਂ ਦੀ, ਮਤਲਬ ਕਿ ਤਕਰੀਬਨ 30 ਬਿਲੀਅਨ ਤੁਹਾਨੂੰ ਸਾਲ ਦਾ ਜਨਾਬ ਵਾਲਾ ਤੁਹਾਨੂੰ ਬਾਹਰੋਂ ਪੈਸਾ ਆ ਰਿਹਾ ਹੈ, ਠੀਕ ਹੈ, ਤੁਸੀਂ 6 ਅਰਬ ਉਹ ਵੀ ਤੁਹਾਨੂੰ ਕਿਸ਼ਤਾਂ 'ਚ ਮਿਲਣਾ ਹੈ, ਪੀਨਟ ਦੀ ਸੂਰਤ 'ਚ। ਅੱਧਾ ਟੋਟਾ ਕੱਟਿਆ ਤੁਹਾਨੂੰ ਦੇ ਦਿੱਤਾ, ਇਹ ਕੰਮ ਕਰੋ ਠੀਕ ਕਰਨੇ ਆ, ਫਿਰ ਥੋੜਾ ਜਿਹਾ ਹੋਰ ਤੁਹਾਨੂੰ ਇੱਕ ਡੋਜ਼ਾਂ ਦੇ ਦਿੱਤੀ, ਉਹਦੇ ਬਦਲੇ ਤੁਸੀਂ 6 ਅਰਬ ਦੇ ਬਦਲੇ ਤੁਸੀਂ ਮੁਲਕ ਪੂਰਾ ਗਿਰਵੀ ਰੱਖਦਾ। ਤੁਸੀਂ ਜਿਹੜੇ ਪਾਕਿਸਤਾਨੀ ਓਵਰਸੀਜ਼ ਨੇ ਜਿਹਨਾਂ ਤੁਸੀਂ ਕਹਿੰਦੇ ਜੀ ਸਾਡੀ ਪਾਰਟੀ ਦਾ ਬਹੁਤ ਵੱਡਾ ਉਹ ਪਿਲਰ ਨੇ, ਤੁਸੀਂ ਉਹਨਾਂ ਦਾ ਤਰਲਾ ਕਿਉਂ ਨਹੀਂ ਮਾਰਿਆ? ਯਾਰ ਤੁਹਾਡੀ ਮਿਹਰਬਾਨੀ ਥੋੜਾ ਸੇਵ ਕਰੋ, ਸਾਨੂੰ 6 ਅਰਬ ਹੋਰ ਚਾਹੀਦਾ ਹੈ ਤੇ ਸਾਡਾ ਮੁਲਕ ਬਚ ਜਾਏ। ਤੁਸੀਂ ਇਹਨੇ ਬੈਰੂਨੇ ਮੁਲਕ ਮੁਕੀਮ ਪਾਕਿਸਤਾਨੀਆਂ ਦੀ ਹੌਸਲਾ ਅਫਜ਼ਾਈ ਇਮਰਾਨ ਖਾਨ ਸਾਹਿਬ ਨੇ ਤੇ ਕੀਤੀ ਸੀ, ਇਹਨਾਂ ਨੂੰ ਵੋਟ ਦਾ ਹੱਕ ਦਿੱਤਾ ਸੀ, ਮੌਜੂਦਾ ਹਕੂਮਤ ਤੇ ਉਹ ਵੀ ਖੋਹ ਲਿਆ। ਦੇਖੋ ਜੀ ਉਹਦੇ 'ਚ ਜਿਹੜੀ ਹੁਣ ਸੁਪਰੀਮ ਕੋਰਟ ਦੀ ਜਨਾਬੇ ਵਾਲਾ ਆਈ ਹੈ ਨਾ ਜਜਮੈਂਟ, ਉਹਦੇ 'ਚ ਜਨਾਬ ਵਾਲਾ ਬਕਾਇਦਾ ਲਿਖਿਆ ਹੋਇਆ, ਤੁਸੀਂ ਅੱਜ ਅਖਬਾਰ ਪੜ੍ਹੋ, ਖਬਰਾਂ ਅਖਬਾਰ ਪੜ੍ਹੋ, ਐਕਸਪ੍ਰੈਸ ਪੜ੍ਹੋ, ਉਹ ਸੁਪਰੀਮ ਕੋਰਟ ਨੇ ਬਕਾਇਦਾ ਦਿੱਤਾ ਹੋਇਆ ਹੈ ਕਿ ਜਿਹੜੀ ਪਿਛਲੀ ਹੁਕੂਮਤ ਸੀ ਉਹਨੇ ਜਿਹੜਾ ਓਵਰਸੀਜ਼ ਨੂੰ ਹੱਕ ਦਿੱਤਾ ਸੀ ਉਹ ਬਿਲਕੁਲ ਆਇਨ ਦੇ ਮੁਤਾਬਕ ਨਹੀਂ ਸੀ ਹੈਗਾ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਸੁਪਰੀਮ ਕੋਰਟ ਦਾ ਤੁਸੀਂ ਜਾ ਕੇ ਤੁਸੀਂ ਜਜਮੈਂਟ ਪੜ੍ਹੋ, ਠੀਕ ਹੈ। ਇਹਦੀ ਹੁਣ ਗਵਰਨਮੈਂਟ ਆਈ, ਇਹਨਾਂ ਜਿਹੜਾ ਕੋ ਥੋੜਾ ਹੱਕ ਦਿੱਤਾ ਉਹ ਜ਼ਿਆਦਾ ਵਾਜ਼ੇ ਵੇ, ਕਿਉਂਕਿ ਪੋਲੀਟੀਕਲ ਕੁਐਸਚਨ ਹੈ। ਉਹ ਤਾਂ ਮੇਰਾ ਨਹੀਂ ਖਿਆਲ, ਕਿਉਂਕਿ ਮੈਂ ਇੱਕ ਇਕਨੋਮਿਸਟ ਹਾਂ, ਮੇਰਾ ਨਹੀਂ ਖਿਆਲ ਕਿ ਮੈਂ ਕੋਈ ਅੱਛੀ ਰਾਏ ਦਿਆਂਗਾ, ਲੇਕਿਨ ਮੈਂ ਤੁਹਾਨੂੰ ਜਿਹੜਾ ਉਹ ਜਜਮੈਂਟ ਤੁਹਾਨੂੰ ਉਹ ਦੱਸ ਦਿੱਤੀ ਜੀ। ਠੀਕ ਹੈ ਡਾਕਟਰ ਸਾਹਿਬ, ਵੈਸੇ ਤੁਹਾਡੀਆਂ ਗੱਲਾਂ ਤੋਂ ਤੁਹਾਡੀਆਂ ਹਮਦਰਦੀਆਂ ਨੇ ਜਿਹੜੀਆਂ ਉਹ ਮੁਸਲਿਮ ਲੀਗ ਨੂਨ ਦੇ ਨਾਲ ਲੱਗ ਰਹੀਆਂ ਨੇ। ਵੈਸੇ ਚਲੋ ਇਹ ਦੱਸੋ ਡਾਕਟਰ ਸਾਹਿਬ ਕਿ ਨਹੀਂ ਮੇਰਾ ਨਹੀਂ ਖਿਆਲ ਕਿਉਂਕਿ ਮੈਂ ਹਜੇ ਤੱਕ ਮੇਰਾ ਨਹੀਂ ਖਿਆਲ ਕਿ ਮੈਂ ਕੋਈ ਮੁਸਲਿਮ ਲੀਗ ਨੂਨ ਦੀ ਗੱਲ ਜਿਹੜੀ ਕੁਝ ਉਹਨਾਂ ਦੇ ਬਾਰੇ ਕੋਈ ਚੰਗੀ ਗੱਲ ਕੀਤੀ ਹੋਵੇ। ਜੀ ਮੈਂ ਤਾਂ ਕਿਹਾ ਕਿ ਇਹ ਸੁਪਰੀਮ ਕੋਰਟ ਦੀ ਜਜਮੈਂਟ ਹੈ, ਉਹ ਤੁਸੀਂ ਜਜਮੈਂਟ ਪੜ੍ਹ ਲਓ। ਉਹਦੇ ਚ ਨਾ ਮੈਂ ਇਹ ਸ਼ੋਅ ਹੋ ਰਿਹਾ ਕਿ ਮੈਂ ਕੋਈ ਨੂਨ ਲੀਗ ਦੀ ਗੱਲ ਕਰ ਰਿਹਾ, ਨਾ ਮੈਂ ਇਹ ਸ਼ੋਅ ਹੋ ਰਿਹਾ ਕਿ ਮੈਂ ਆਪਣਾ ਪਿਛਲੀ ਗਵਰਨਮੈਂਟ ਦੀ ਗੱਲ ਕਰ ਰਿਹਾ। ਜੀ ਮੈਂ ਕਹਿੰਦਾ ਪੋਲੀਟੀਕਲ ਕੁਐਸਚਨ ਹੈ, ਮੈਨੂੰ ਇਹ ਚ ਤੁਸੀਂ ਬਾਹਰ ਹੀ ਰੱਖੋ, ਮੈਂ ਖੁਦ ਬਾਹਰ ਰਹਿਣਾ ਪਸੰਦ ਕਰਨਾ। डॉक्टर समीउल्लाह साहब प्रोफेसर यूनिवर्सिटी ऑफ गुजरात कह रहे हैं माशाल्लाह राजा साहब आपके प्रोग्राम में डॉक्टर शहबाज जैसा दुनिया का बेहतरीन इकोनॉमिस्ट देखकर बहुत खुशी हुई। डॉक्टर साहब पाकिस्तान का सरमाया है। डॉक्टर साहब ये दसो शिकारी एक हफ्ते ਦੇ ਵਿੱਚ 60 ਰੁਪਏ ਲੀਟਰ ਪੈਟਰੋਲ ਮੰਗਾ ਕੇ ਹਕੂਮਤ ਕਹਿ ਰਹੀ ਹੈ ਗਰੀਬਾਂ ਨੂੰ ਅਸੀਂ 2000 ਰੁਪਇਆ ਮਹੀਨਾ ਦਿਆਂਗੇ ਤੇ ਗਰੀਬਾਂ ਦੀ ਹੈਲਪ ਕਰਾਂਗੇ, ਜਦਕਿ ਪੈਟਰੋਲ ਮਹਿੰਗਾ ਹੋਣੇ ਦੇ ਨਾਲ ਚੀਜ਼ਾਂ ਤੇ ਬਹੁਤ ਜ਼ਿਆਦਾ ਹਰ ਚੀਜ਼ ਮਹਿੰਗੀ ਹੋ ਜਾਣੀ। ਇਹ ਹੈਲਪ ਹੈ ਜਾਂ ਗਰੀਬਾਂ ਦਾ ਦਿਵਾਲੀਆ ਕੱਢਿਆ ਜਾ ਰਿਹਾ? ਸਭ ਤੋਂ ਪਹਿਲੇ ਮੈਂ ਸਮੀ ਸਾਹਿਬ ਦਾ ਹੀ ਸ਼ੁਕਰੀਆ ਅਦਾ ਕਰਾਂਗਾ ਜਿਨ੍ਹਾਂ ਮੇਰੇ ਬਾਰੇ ਬੜੇ ਚੰਗੇ ਲਫ਼ਜ਼ ਇਸਤੇਮਾਲ ਕੀਤੇ। ਹਾਲਾਂਕਿ ਮੈਂ ਨਕਮਾ ਸਟੂਡੈਂਟ ਇਸ ਦੇ ਕਾਬਲ ਨਹੀਂ ਹੈਗਾ, ਲੇਕਿਨ ਉਹਨਾਂ ਦਾ ਨਜ਼ਰੇ ਕਰਮ ਹੈ, ਬਹੁਤ ਮਿਹਰਬਾਨੀ। ਦੇਖੋ ਜੀ ਗੱਲ ਇਹ ਵੇ ਕਿ ਸਭ ਤੋਂ ਪਹਿਲਾਂ ਕਿ ਜਦੋਂ 60 ਰੁਪਏ ਫੀ ਲੀਟਰ ਜ਼ਾਰੀ ਬਾਤ ਹੈ ਉਹ ਤੇਲ ਦੀ ਕੀਮਤ ਵਧੀ ਔਰ 2000 ਰੁਪਏ ਜਿਹੜਾ ਮੈਂ ਸਮਝਣਾ ਕੋ ਇਸ ਪੈਟਰੋਲ ਦੀ ਕੀਮਤ ਉਹ 2000 ਦਾ ਅਸਲ ਜਿਹੜਾ ਉਹ ਨਲੀਫਾਈ ਹੋ ਗਿਆ। ਦੂਸਰੀ ਗੱਲ, ਹਜੇ ਤੱਕ ਮੁਲਕ ਵਿੱਚ ਕੋਈ ਐਸਾ ਸਿਸਟਮ ਨਹੀਂ ਹੈਗਾ, ਠੀਕ ਹੈ, ਹੁਣ ਤੁਸੀਂ ਗੌਰ ਕਰਿਓ ਜੇ ਕਿ ਹਜੇ ਤੱਕ ਮੁਲਕ ਵਿੱਚ ਐਸਾ ਸਿਸਟਮ ਨਹੀਂ ਹੈਗਾ ਕਿ ਜਿਹਦੇ 'ਚ ਅਸੀਂ ਟਾਰਗੇਟ ਲੋਕਾਂ ਨੂੰ ਸਬਸਿਡੀ ਦੇ ਸਕੀਏ। ਤਾਂ ਮੈਂ ਸਮਝਣਾ ਕਿ ਇਹ ਕੀ ਉਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਉਹ ਝਕਾਣਾ ਨਹੀਂ, ਇੱਕ ਲਫ਼ਜ਼ ਝਕਾਣਾ, ਵਹਾਣਾ ਕੋਈ ਤੇ ਕਰਨਾ ਕੁਝ। ਇਹ ਗਵਰਨਮੈਂਟ ਨੇ ਇਹ ਕੰਮ ਕੀਤਾ ਲੋਕਾਂ ਦੇ ਨਾਲ, ਮਾਰਨੀ ਖੱਬੀ ਮੇਰਾ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਮੈਂ ਨਹੀਂ ਕਰ ਰਿਹਾ ਜੀ। ਠੀਕ ਹੈ ਡਾਕਟਰ ਸਾਹਿਬ, ਇਹ ਦੱਸੋ ਕਿ ਆਂਦੇ ਨੇ ਇੱਕ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਤੁਸੀਂ ਇਤਫਾਕ ਕਰਦੇ ਹੋ? ਹਾਂਜੀ ਬਿਲकुल मैं इतफाक करना, अल्लाह ताला ਦਾ ਸ਼ੁਕਰ ਅਲਹਮਦੁਲਿਲਾ। ਮੈਨੂੰ ਇਸ ਫਾਰਮ ਵਿੱਚ ਮਾਵਾਂ ਸਾਰੀਆਂ ਬਹੁਤ ਚੰਗੀਆਂ ਹੁੰਦੀਆਂ ਨੇ, ਠੀਕ ਹੈ ਜੀ। ਤਾਂ ਮੈਂ ਪਹਿਲੀ ਮੋਟੀਵੇਸ਼ਨ ਹੁੰਦਾ ਸੀ ਕਿ ਮੇਰੀ ਮਾਂ ਨੇ ਕਿਹਾ ਸੀ ਕਿ ਪੁੱਤਰ ਮੇਰਾ ਚੰਗਾ ਪੁੱਤਰ ਬਣ ਕੇ ਭਾਈ
ਉਸ ਤੋਂ ਇਲਾਵਾ ਤੁਸੀਂ ਕਹੋ ਉਸਤਾਦ ਅੱਲਾਹ ਤਾਲਾ ਦੀ ਰਹਿਮਤ ਸਾਰਾ ਚੀਜ਼ਾਂ ਸ਼ਾਮਲ ਹੈ ਮੇਰੇ ਨਾਲ, ਠੀਕ ਹੈ। ਮੇਰਾ ਖਿਆਲ ਹੈ ਕਿ ਮੈਂ ਅਗਰ ਉਸ ਤੁਹਾਡੇ ਪਾਰਟਿਕੂਲਰ ਕੁਐਸਚਨ ਦਾ ਜਵਾਬ ਦਿਆਂ ਤੇ ਮੈਂ ਇਹ ਕ੍ਰੈਡਿਟ ਆਪਣੀ 2 ਛੋਟੀਆਂ ਭੈਣਾਂ ਨੂੰ ਡਾਕਟਰ ਕਿਸ਼ਵਰ ਨਵਾਜ਼ ਨੂੰ ਦਿਆਂਗਾ ਤੇ ਨਬੀਲਾ ਨਵਾਜ਼ ਨੂੰ ਦਿਆਂਗਾ ਕਿ ਜਿਨ੍ਹਾਂ ਮੇਰੀ ਬੜੀ ਸਪੋਰਟ ਕੀਤੀ ਮੈਨੂੰ ਇੱਥੇ ਤੱਕ ਪਹੁੰਚਾਉਣ ਵਿੱਚ। ਅਗਰ ਮੈਂ ਇਹ ਕਹਾਂ ਕਿ ਇਹਨਾਂ ਦੋਨਾਂ ਭੈਣਾਂ ਦਾ ਕੰਟਰੀਬਿਊਸ਼ਨ ਕੱਢ ਲਿੱਤਾ ਜਾਏ ਤਾਂ ਸ਼ਾਇਦ ਸ਼ਬਾਜ਼ ਬਿਲਕੁਲ ਜ਼ੀਰੋ ਹੋ ਜਾਏ। ਮਾਸ਼ਾਅੱਲਾ, ਬਿਹਤਰੀਨ। ਤੇ ਡਾਕਟਰ ਸਾਹਿਬ, ਜਿੱਥੇ ਇੱਕ ਔਰਤ ਦਾ ਹੱਥ ਹੁੰਦਾ ਮਰਦ ਦੀ ਕਾਮਯਾਬੀ ਦੇ ਪਿੱਛੇ, ਉੱਥੇ ਹੀ ਔਰਤਾਂ ਹੌਸਲਾ ਅਫਜ਼ਾਈ ਦੇ ਨਾਲ ਸਿਰ ਖਪਾਈ ਕਿਉਂ ਕਰਦੀਆਂ? ਉਹ ਤੇ ਹੁਣ ਔਰਤਾਂ ਨੇ ਪੁੱਛੋ, ਕਿਸੇ ਔਰਤ ਨੂੰ ਬੁਲਾਓ, ਉਹ ਹੀ ਤੁਹਾਨੂੰ ਵਜ੍ਹਾ ਦੱਸ ਸਕਦੇ, ਲੇਕਿਨ ਸਿਰ ਖਪਾਈ ਨਹੀਂ ਹੋਣੀ ਚਾਹੀਦੀ। ਅਗਰ ਉਹ ਫਰਜ਼ ਕੋ ਤੁਹਾਡਾ ਮੀਆਂ ਪ੍ਰਮੋਟ ਹੋ ਰਿਹਾ ਹੈ, ਤੁਹਾਡੇ ਹਕੂਕ ਦਾ ਖਿਆਲ ਕਰ ਰਿਹਾ ਹੈ, ਤੁਹਾਡੇ ਫਰਾਇਜ਼ ਨੂੰ ਜਿਹੜੇ ਫਰਾਇਜ਼ ਨੇ ਹਕੂਕ ਦੀ ਫਾਰਮ ਨੂੰ ਪੂਰਾ ਕਰ ਰਿਹਾ ਹੈ, ਤਾਂ ਮੇਰੇ ਖਿਆਲ ਚੀਜ਼ਾਂ ਅੱਗੇ ਵਧਣੀਆਂ ਚਾਹੀਦੀਆਂ ਨੇ। ਬਾਕੀ ਤੇ ਕੋਈ ਖਾਤੂਨ ਇਹਦਾ ਜਵਾਬ ਦੇ ਸਕਦੀ, ਕਿਉਂਕਿ ਮੇਰੇ ਕੋਲ ਤੁਸੀਂ ਜਵਾਬ ਸੁਣ ਕੇ ਖਾਤੂਨ ਨੇ ਮੇਰਾ ਅਗਲੇ ਦੁਸ਼ਮਣ ਨਾ ਬਣਾ ਦਿਓ ਯਾਰ। ਸਹੀ। ਡਾਕਟਰ ਸਾਹਿਬ, ਵਜ਼ੀਰ ਖਜ਼ਾਨਾ ਪਾਕਿਸਤਾਨ ਮਿਫਤਾ ਇਸਮਾਈਲ ਸਾਹਿਬ, ਉਹਨਾਂ ਨੂੰ ਪੰਜਾਬੀ ਰਾਕਟ ਸਾਇੰਸ ਦੇ ਪਲੇਟਫਾਰਮ ਤੋਂ ਕਿਹੜਾ ਪੈਗਾਮ ਦਿਓਗੇ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਔਰ ਆਵਾਮ ਨੂੰ ਰਿਲੀਫ ਦੇਣ? ਮੇਰਾ ਖਿਆਲ ਹੈ ਕਿ ਉਹਨਾਂ ਵਾਸਤੇ ਇੰਨਾ ਹੀ ਕਾਫੀ ਹੈ ਕਿ ਉਹ ਜਿਹੜੇ ਅਲਫਾਜ਼ ਮੂੰਹੋਂ ਕੱਢਦੇ ਨਾ ਜਦੋਂ ਅਪੋਜੀਸ਼ਨ ਦੇ ਵਿੱਚ ਸਨ, ਉਦੋਂ ਬੜੇ ਕਹਿੰਦੇ ਜੀ ਪੈਟਰੋਲ ਮਹਿੰਗਾ ਹੋ ਗਿਆ, ਦੁਨੀਆ ਲੁੱਟ ਗਈ, ਆਵਾਮ ਲੁੱਟ ਗਈ, ਪਾਕਿਸਤਾਨੀ ਆਵਾਮ ਵੀ ਉਹਦੇ ਉੱਤੇ ਰਾਤੋਂ ਰਾਤ ਹਮਲਾ ਹੋ ਗਿਆ ਮਹਿੰਗਾਈ ਦਾ। तो अगर वो अपने अल्फाज में ख्याल कर लें तो मेरे ख्याल जो फैसले करते हैं वो थोड़ा जिहा उन्होंने समझ आ जानी चाहिए। और मेरे ख्याल कि जिन्नी देर तक ये आवाम के बारे को थोड़ा सिंसीयर होकर नहीं सोचन दे, जिस तरह पिछली गवर्नमेंट अपना रजीम पूरा नहीं कर सकी, तो फिर जब इन्होंने वास्ते फैसला बड़ा साफ नजर आ रहा है अगो एक ही करन दे। लेकिन मेरा जो थोड़ा जिहा मैं सोच रहा मतलब कि अपना मेरा तजिया गलत भी हो सकता है, शायद लोगों को आने वाले वक्त जो रिलीफ मिलेगा किसी ना किसी पासों, वो रिलीफ क्योंकि वजह सर पता की देखो इमरान साहब बहुत सारे फैक्टर्स ने। ਤੁਸੀਂ ਥੋੜਾ ਜਿਹਾ ਅਗਰ ਜ਼ਰਾਤ ਵਾਲ ਤੁਸੀਂ ਆ ਜਾਓ ਜਨਾਬੇ ਵਾਲਾ, ਤੁਸੀਂ ਲੰਡਨ ਬੈਠੇ ਹੋ, ਠੀਕ ਹੈ, ਉੱਥੋਂ ਬਹਿ ਕੇ ਪਾਕਿਸਤਾਨ ਦੇਖਣਾ ਕੁਝ ਹੋਰ ਗੱਲ ਹੈ, ਇੱਥੇ ਜਦ ਬੰਦਾ ਪਾਕਿਸਤਾਨ 'ਚ ਬੈਠਾ ਹੈ ਉਹ ਪਾਕਿਸਤਾਨ ਵੇਂਦਾ ਤਾਂ ਗੱਲ ਕੁਝ ਹੋਰ ਹੋ ਜਾਂਦੀ ਹੈ। ਤੁਸੀਂ ਇੱਥੇ ਆ ਕੇ ਦੇਖੋ ਜਨਾਬ, ਬੇਤਹਾਸ਼ਾ ਅਨਆਰਗੇਨਾਈਜ਼ਡ ਹਾਊਸਿੰਗ ਸੁਸਾਇਟੀਜ਼, ਔਰ ਉਹ ਹਾਊਸਿੰਗ ਸੁਸਾਇਟੀਜ਼ ਬੜੀ ਜਿਹੜੀ ਅਨਫੋਰਚੂਨੇਟ ਗੱਲ ਹੈ, ਜਿਹੜੀਆਂ ਜ਼ਰਖੇਜ਼ ਜ਼ਮੀਨ ਹੈ ਨਾ ਉਹ ਇੱਥੇ ਬਣਾਈਆਂ ਜਾ ਰਹੀਆਂ ਨੇ। तो मेरा ख्याल है कि एक गवर्नमेंट इस काम को रेगुलराइज कर ले और कंट्रोल कर ले, ठीक है, क्योंकि हुण जिहड़ी जमीन काश्त कर रहे हैं ना, वो पाकिस्तानी जमीन का जिहड़ा टोटल साडे कोल रकबा है ਉਹਦਾ 10% भी ਅਸੀਂ ਕਾਸ਼ਤ ਨਹੀਂ ਕਰ ਰਹੇ, ठीक है। ਅਸੀਂ ਜਦੋਂ ਟੋਟਲ ਚੀਜ਼ਾਂ ਨੂੰ ਪੂਰਾ ਤਵੱਜੋ ਹੈ ਕਿ ਜਨਾਬ ਆਪਣੀ ਜ਼ਮੀਨ ਨੂੰ ਕਲਟੀਵੇਬਲ ਬਣਾਵਾਂਗੇ ਜਾਂ ਜ਼ੇਰੇ ਕਿਹਨੂੰ ਕਹਿੰਦੇ ਕਾਸ਼ਤਕਾਰੀ ਅੱਛੇ ਤਰੀਕੇ ਨਾਲ ਕਰਾਂਗੇ, ਬੜੇ ਪ੍ਰੋਪਰ ਤਰੀਕੇ ਨਾਲ, ਤੇ ਇਹ ਜਿਹੜੇ ਛੋਟੇ ਛੋਟੇ ਇਸ਼ੂ ਨੇ ਸਾਡੇ ਹੱਲ ਹੋ ਜਾਣੇ ਚਾਹੀਦੇ ਨੇ। ਲੇਕਿਨ ਹੋਇਆ ਜਨਾਬ ਵਾਲਾ ਕੀ ਹੈ ਕਿ ਪਿਛਲੇ ਚੰਦ ਸਾਲਾਂ ਤੋਂ सिर्फ ऐलानात होंदे रहे, अनाउंसमेंट्स होंदे रहे, कम अमली तौर पर कोई भी नहीं होया। और जेडे सारे वजीर साडे अपना मिनिस्टर जिहड़ी गवर्नमेंट इन्ना जोर इत्थे भाजी मेरे 5 साल पूरे होने चाहिए। मेरा एक बहुत अच्छा वीला भी इत्थे है कि मैं अपने 5 साल पूरे करांगा। ये थोड़ा जिहा जिसम कड्ढिया कि ईमानदारी नाल चीज़ां नूं करन और मुफ्ता इस्माइल साहब भी अपनी जॉब नूं अच्छे ईमानदार तरीके नाल करन, तो मेरे ख्याल बहुत सारे हल कढ सकदे ने। तुसीं पाकिस्तान दा मुआशी मुस्तकबिल की वेख रहे हो? जी मैं पाकिस्तान दा मुआशी मुस्तकबिल बहुत अच्छा वेख रहा। मैं क्या कि सानू पॉजिटिव रहना चाहिए। और बाज़ औक़ात इतना ज़्यादा प्रोपेगेंडा, देखो तुसी इस्लामिक कंट्री हो, तुसी एटॉमिक पावर हो, ज़ाहिर बात है बहुत सारे दोस्त तुहाडे मालिक बहुत तुहानू पसंद भी करते हैं, ज़ाहिर बात तुहाडे दुश्मन भी है, तो सानू हमेशा दुश्मन के प्रोपेगेंडे ते नहीं जाना चाहिए। बहुत बहुत ज़्यादा प्रोपेगेंडा हो रहा पाकिस्तान के खिलाफ। ਜਿਹੜੀਆਂ ਸਾਡੀਆਂ ਸਿਆਸਤਦਾਨਾਂ ਦੀਆਂ ਪਾਲਿਸੀਆਂ ਨੇ, क्या ਉਹਨਾਂ ਤੋਂ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਮੁਸਤਕਬਲ ਜਿਹੜਾ ਇਹ ਮਜ਼ੀਦ ਰੋਸ਼ਨ ਹੋ ਰਿਹਾ ਜਾਂ ਤਾਰੀਕ ਹੋ ਰਿਹਾ, ਜਿਹੜਾ IMF ਤੇ ਵਰਲਡ ਬੈਂਕ ਦਾ ਰੋਲ ਹੈ, ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ क्या ਤੁਸੀਂ ਸਟਿਲ ਸਮਝਦੇ ਹੋ ਕਿ ਮੁਸਤਕਬਲ ਰੋਸ਼ਨ ਹੈ ਜਾਂ ਤਾਰੀਕੀ ਦੀ ਤਰਫ ਗਾਮਜ਼ਨ ਹੈ? देखो यार इमरान, गल है कि मुल्क क्राइसिस जाते भी है ने, ठीक है जी, और ये पॉलिसियां होंदियां ਜਿਹੜੀਆਂ मुल्कां ਨੂੰ क्राइसिस ਤੋਂ ਬਾਹਰ भी ਕੱਢਦੀਆਂ ਨੇ। तो मैं गल कर रहा है कि अगर एक बड़ा कॉम्प्रीहेंसिव लॉन्ग टर्म प्लान बना लेंदे ने, ठीक है, लॉन्ग टर्म मुराद एक 10 साल का या 15 साल का प्लान बना लेंदे ने, और फिर ईमानदारी दे नाल सारे स्टेक होल्डर इस गल ते इकट्ठे हो जाते हैं कि भाई साहब यह 15 साल का या 20 साल का प्लान है, ठीक है, ये टारगेट्स सैट किए हैं, फिर 2040 का बना लो, 2022 चल रहा 2040 का बना लो, 18 साल का प्रोग्राम बना लो। उस 2040 तक तुसीं सोचो कि असां पाकिस्तान नूं दुनिया के जो टॉप G7 ने या G20 ने असां उस लिस्ट लैके आना है। ਉਹਦੇ ਵਾਸਤੇ ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ। ਸਾਰੇ ਸਟੇਕ ਹੋਲਡਰ ਅਗਰ ਇਸ ਚੀਜ਼ ਤੇ ਮੁਤਫਿਕ ਹੋ ਜਾਣ ਕਿ ਭਾਈ ਇਸ 20 ਸਾਲ ਦੇ ਅਗਰ 4 ਰਜੀਮ ਸ਼ਿਫਟ ਹੁੰਦੇ ਨੇ ਤੇ ਇਹਦਾ ਸਾਡਾ ਪਲਾਨ ਇਹ ਮੁਤਾਸਰ ਨਹੀਂ ਹੋਣਾ ਚਾਹੀਦਾ, ਇਹਦੇ ਅੰਦਰ ਕੋਈ ਰੋਕ ਨਹੀਂ ਆਣੀ ਚਾਹੀਦੀ, ਇਹ ਪਲਾਨ ਕੰਟੀਨਿਊਸ ਚੱਲਣਾ ਚਾਹੀਦਾ। ਨਾਲ ਜਨਾਬ ਕੀ ਕਰਨ ਕਿ ਉਸ 20 ਸਾਲ ਪਲਾਨ ਦੇ ਨਾਲ ਇੱਕ ਸ਼ਾਰਟ ਟਰਮ ਇੱਕ ਉਹ ਰੱਖਣ ਕਿ ਠੀਕ ਹੈ ਹਰ ਸਾਲ ਬਾਅਦ
ਚੀਜ਼ਾਂ ਅਗਰ ਥੋੜੀਆਂ ਕੋ ਸਲੋ ਨੇ ਉਹਨਾਂ ਰਿਵਾਈਜ਼ ਕਰੋ, ਠੀਕ ਹੈ ਜੀ। ਤਾਂ ਮੇਰਾ ਖਿਆਲ ਹੈ ਕਿ 20 ਸਾਲ ਦਾ ਅਰਸਾ ਕੌਮ ਵਾਸਤੇ ਕੋਈ ਏਡਾ ਵੱਡਾ ਅਰਸਾ ਨਹੀਂ ਹੈਗਾ। ਮੈਂ ਇੱਕ ਲੋਕ ਤੁਸੀਂ ਅਗਰ ਦੇਖੋ ਅਮਰੀਕਾ ਨੂੰ, ਉਹਦੀ 600 ਸਾਲ ਪੁਰਾਣੀ ਹਿਸਟਰੀ ਹੈ। ਤੁਸੀਂ ਦੇਖੋ ਆਪਣਾ ਯੂਰਪ ਨੂੰ, ਉਹਦੀ 800 ਸਾਲ ਪੁਰਾਣੀ ਹਿਸਟਰੀ ਹੈ। ਤੁਸੀਂ ਦੇਖੋ ਚਾਈਨਾ ਨੂੰ 2000 ਸਾਲ ਪੁਰਾਣੀ ਹਿਸਟਰੀ ਹੈ। ਪਾਕਿਸਤਾਨ ਦੇ ਜੇ 80 ਸਾਲ ਵੀ ਨਹੀਂ ਹੋਏ ਤੇ ਕੌਮਾਂ ਨੂੰ ਜਾਂਦੇ ਵਾਲਾ ਬਣਦਿਆਂ ਬੜਾ ਟਾਈਮ ਲੱਗਦਾ ਹੈ। ਤੇ ਮੈਂ ਸਮਝਦਾ ਕਿ ਕੋਈ ਇਸ ਤਰ੍ਹਾਂ ਕੋਈ 20 ਸਾਲ ਪਲਾਨ ਦਾ ਕੋਈ ਗਵਰਨਮੈਂਟ ਕੋ ਬਹਿ ਕੇ ਸਾਰੇ ਜਿਹੜੇ ਮਾਸ਼ਾ ਅੱਛੇ ਦਿਮਾਗ ਨੇ ਮੁਲਕ ਦੇ, ਉਹਨਾਂ ਨੂੰ ਇਕੱਠਿਆਂ ਕਰਕੇ ਸਟੇਕ ਹੋਲਡਰ ਨੂੰ ਨਾਲ ਲੈ ਕੇ ਤੇ ਪਲਾਨ ਬਣਾ ਕੇ ਇੰਪਲੀਮੈਂਟ ਕਰਨ। ਮੈਂ ਆਉਣ ਵਾਲੇ 20 ਸਾਲ ਚ ਪਾਕਿਸਤਾਨ ਅੱਛੀ ਜਗ੍ਹਾ ਦੇਖ ਰਿਹਾ। जी ठीक है। डॉक्टर साहब, कर्नल लियाकत अली साहब इस्लामाबाद तो दिल भेज रहे ने और सलाम कह रहे ने। शाहिद भट्टी साहब यूरोप तो मैसेज कर रहे ने और इलैक्शन का मुतालबा कर रहे ने। बाकी मोहम्मद आसिफ वलायत साहब, अरशद सुल्तान साहब कड़ियावाला तो, सदाकत अली साहब चौधरी, नईम जट, सैयद हुसैन शाह गिलानी चौधरी, जावेद इकबाल ऑफ माजरा, असान चौधरी लंदन, नासिर महमूद, इनायतुल्लाह, एहसान बनिया और मिर्जा अल्ताफ बेग चक बग्गा चौधरी, अजमत जाहिद चीमा चौधरी, यासिन मदन, हावर मेहंदी अमरीका, मोहम्मद आमिर, अजीजुल्ला कड़ियावाला, हालमकीम यूरोप, नदीम अनवर, लेसर गुजर चौधरी, यासर इकबाल, मोहम्मद रफीक चौधरी, अमानुल्ला वड़ैच, उस्मान जट वड्डा पिंड, मुबीन बरोही, मोहम्मद शाहीन। हंज काफ़ी ज़्यादा एक दोस्तों की लम्मी लिस्ट है ਜਿਹੜੇ पूरी दुनिया तो बह के ਤੁਹਾਡੀਆਂ ਗੱਲਾਂ ਸੁਣ ਰਹੇ ਨੇ। ਇਹਨਾਂ ਪੰਜਾਬੀਆਂ ਨੇ ਡਾਕਟਰ ਸਾਹਿਬ ਪੰਜਾਬੀ ਰਾਕਟ ਸਾਇੰਸ ਇੱਕ ਡੇਰੇਦਾਰੀ ਬਣਾਈ ਹੈ ਜਿੱਥੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕੀਤਾ ਜਾਂਦਾ ਹੈ। ਤੁਹਾਡੇ ਜੀਆਂ ਸ਼ਖਸੀਅਤਾਂ ਹੁੰਦੀਆਂ ਨੇ ਸਾਡੇ ਇਲਮ 'ਚ ਇਜ਼ਾਫਾ ਕਰਦੀਆਂ ਨੇ। ਇਸ ਪੰਜਾਬੀ ਰਾਕਟ ਸਾਇੰਸ ਦੇ ਬਾਰੇ ਤੁਹਾਡੇ ਕੀ ਤਾਸਰਾਂ? देखो जी, मैं तो पिछले तकरीबन 30 मिनट तो गलबात कर रहे हैं। मैं तो तासर बहुत अच्छा मिल रहा थोड़े बारे। और इस मैं समझना कि बड़ी अच्छी गल है कि बड़े पढ़े लिखे दिमाग माशाल्लाह अपने कमेंट्स वगैरह सारे भेज रहे हैं, चीज़ों को अंडरस्टैंड कर रहे हैं। तो मैं तो कंग्रेचुलेशन ही तुहानू कहांगा सर कि माशाल्लाह तुसें एक बहुत अच्छा इनिशिएटिव लिया है। क्योंकि ये भी एक बड़ा अच्छा जरिया होंदा है कि तुसी अच्छे बंदे इकट्ठे करके उन्होंने कोलों को व्यूज लवो, करंट सिचुएशन चाहे मैक्रो इकोनॉमिक सिचुएशन होवे, चाहे सोसाइटी का कोई इशू होवे या कोई माहौलियाती इशू होवे या कोई पोलिटिकल इशू होवे या इकोनॉमिक इशू होवे, तो ਉਹਦੇ ਜਨਾਬ ਪਹਿਲਾਂ ਤੁਸੀਂ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਤੁਸੀਂ ਇਜ਼ਹਾਰੇ ਖਿਆਲ ਕਰਵਾ ਰਹੇ ਹੋ ਅੱਛੇ ਲੋਕਾਂ ਕੋਲੋਂ, ਤਾਂ ਮੈਂ ਸਮਝਦਾ ਇਸ ਤੋਂ ਵੱਡਾ ਹੋਰ ਸਦਕਾ ਜਾਰੀਆ ਕੀ ਹੋ ਸਕਦਾ ਹੈ। ਤੁਸੀਂ ਚੈਨਲ ਬਣਾਏ ਆ, ਉਹਦੇ ਕੀ ਅਗਰਾਜ਼ੋ ਮਕਸਦ ਨੇ ਔਰ ਜਿਹੜੇ ਦੋਸਤ ਵੇਖ ਰਹੇ ਨੇ ਅਗਰ ਤੁਹਾਡਾ ਚੈਨਲ ਵਿਜ਼ਿਟ ਕਰਨਾ ਚਾਹਣ ਤੇ ਕਿੰਜ ਵਿਜ਼ਿਟ ਕਰ ਸਕਦੇ ਨੇ? ਜੀ ਸਭ ਤੋਂ ਪਹਿਲਾਂ ਮੇਰੇ ਖਿਆਲ ਹੈ ਕਿ ਸਬਸਕ੍ਰਾਈਬ ਕਰਨ ਮੇਰੇ ਚੈਨਲ ਨੂੰ, ਠੀਕ ਹੈ, ਔਰ ਆਪਣੇ ਦੋਸਤਾਂ 'ਚ ਉਹਨੂੰ ਸਰਕੂਲੇਟ ਕਰਨ। ਜੀ ਮੇਰਾ ਜਿਹੜਾ ਮਕਸਦ ਸੀ ਚੈਨਲ ਨੂੰ ਬਣਾਉਣ ਦਾ ਉਹ ਇਹ ਸੀ, ਬਲਕਿ ਮੈਂ ਥੋੜਾ ਜਿਹਾ ਪਿੱਛੇ ਆ ਜਾਣਾ। ਮੈਂ ਜਦੋਂ ਬੀਐਡ ਕਰ ਰਿਹਾ ਸੀ, ਮੇਰੇ ਇੱਕ ਟੀਚਰ ਸੀ ਫਰਾਦੀਬਾ ਚੀਮਾ ਸਾਹਿਬਾ, ਜਿਹੜੇ ਸਾਨੂੰ ਸਾਈਕੋਲੋਜੀਕਲ ਐਜੂਕੇਸ਼ਨ ਪੜ੍ਹਾਉਂਦੇ ਨੇ, ਐਜੂਕੇਸ਼ਨਲ ਸਾਈਕੋਲੋਜੀ ਪੜ੍ਹਾਉਂਦੇ ਸਨ। ਉਹ ਮੈਨੂੰ ਕਹਿੰਦੇ ਸ਼ਬਾਜ਼, ਬੜੀ ਅੱਛੀ ਮੇਰੀ ਉਹਨਾਂ ਦੇ ਨਾਲ ਅੰਡਰਸਟੈਂਡਿੰਗ ਸੀ, ਮਤਲਬ ਬੜੀ ਅੱਛੀ ਮੇਰੀ ਉਸਤਾਦ ਸਨ ਉਹ। ਤੇ ਸ਼ਬਾਜ਼ ਇਕਨੋਮਿਕਸ ਬੜਾ ਬੋਰਿੰਗ ਸਬਜੈਕਟ ਹੈ। ਤੇ ਮੈਂ ਕਿਹਾ ਮੈਡਮ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹਨੂੰ ਆਸਾਨ ਬਣਾਵਾਂ। ਜਿੰਨੇ ਮੇਰੇ ਦੋਸਤ ਨੇ ਅਗਰ ਰਿਸਰਚ ਨਾਲ ਲਿੰਕ ਤੁਸੀਂ ਮੇਰੀ ਰਿਸਰਚ ਪੜੋ, ਤੇ ਮੈਂ ਰਿਸਰਚ ਨੂੰ ਬੜਾ ਇੱਕ ਆਮ ਫਹਿਮ ਤੇ ਬੜਾ ਇੱਕ ਆਸਾਨ ਬਣਾ ਕੇ ਉਹਨੂੰ ਪੇਸ਼ ਕੀਤਾ ਹੈ, ਠੀਕ ਹੈ। तो मैं फिर सोचा कि यार गल है कि हुण सारे लोग जारी बात PhD भी नहीं करते, सारे लोग MPhil भी नहीं करते और सारे लोग रिसर्च दे नाल भी लिंक नहीं हुंदे। चलो ਅਸੀਂ ਇੱਕ ਆਪਣਾ ਚੈਨਲ ਬਣਾने ਆ ਤੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਰਿਸਰਚ ਦੀ ਫਾਰਮ 'ਚ ਕੀਤੀਆਂ ਜਾਂ ਤੁਸੀਂ ਰਿਸਰਚ ਕਰਦੇ ਹੋ, ਤਾਂ ਉਹਨੂੰ ਇੱਕ ਆਮ ਫਹਿਮ ਜਾਂ ਆਮ ਜਾਂ ਸਾਦਾ ਜ਼ਬਾਨ 'ਚ ਬਿਆਨ ਕਰੋ ਤਾਂ ਕਿ ਇੱਕ ਆਮ ਬੰਦਾ ਵੀ ਉਸ ਚੀਜ਼ ਨੂੰ ਸਮਝ ਸਕੇ। ਤੇ ਮੇਰਾ ਤਾਂ ਮਕਸਦ ਸਿਰਫ ਇਹ ਸੀ ਔਰ ਅੱਲਾਹ ਦਾ ਸ਼ੁਕਰ ਹੈ ਕਿ ਮੈਂ ਆਪਣੇ ਉਸ ਮਕਸਦ ਵਿੱਚ 100% ਨਹੀਂ 85 80 80 80 90% ਮੈਂ ਉਹ 'ਚ ਮਾਸ਼ਾਅੱਲਾ ਕਾਮਯਾਬ ਹਾਂ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਸਹੀ ਹੈ, ਤੁਸੀਂ ਆਪਣੇ ਚੈਨਲ ਦਾ ਲਿੰਕ ਵੀ ਕਮੈਂਟ ਕਰ ਦਿਓ ਕਿ ਦੋਸਤ ਤੁਹਾਡੇ ਚੈਨਲ ਨੂੰ ਫਿਰ ਸਬਸਕ੍ਰਾਈਬ ਵੀ ਕਰ ਲੈਣ ਦੇ। ਬਾਕੀ अरशद खान चौधरी साहब कह रहे हैं अस्सलाम वालेकुम राजा साहब और डॉक्टर साहब, बहुत खूब जनाब। और शाहिद भट्टी साहब मौजूदा हुकूमत तनकीद कर रहे हैं, वो कह रहे हैं अस्सलाम वालेकुम डॉक्टर साहब। और राजा इमरान साहब, ये बस एक ही प्लान बनाकर आए हैं, करप्शन करनी है और अपने केस माफ़ करवाने हैं और कौम को जलील करना है। चलो जी, ये ਤੁਹਾਡਾ पॉइंट ऑफ व्यू है। बाकी डॉक्टर साहब कहते हैं मैं इकोनॉमिस्ट हाँ, मैं पॉलिटिक्स से कमेंट नहीं करना चाहता। अच्छा डॉक्टर साहब इस सवाल का मैं जवाब दे सकना, मतलब कि ਤੁਸੀਂ ਦੇਖੋ ਸਾਨੂੰ व्यूज अपने एडे सख्त नहीं बनाने चाहिए। मैं ਤੁਹਾਡੇ ਨਾਲ ਗੱਲ ਕਰਾਂ कि इमरान खान साहब बहुत अच्छा काम कर सकते सन, लेकिन उन्होंने काम अच्छा नहीं किया। यह भी करप्शन है, ठीक है जी। तो मैं ਤੁਹਾਡੇ ਨਾਲ ਗੱਲ ਕਰਨ ਡਿਆ कि फाइनेंशियल करप्शन ਤੁਸੀਂ कवर कर लो कि ਜਿਹੜੀ ਤੁਹਾਡੀ रूह ਦੀ करप्शन ਉਹਨੂੰ ਕੌਣ कवर करेगा। तो डैमेज तो देखो सर बहुत है, थोड़ा ਜਿਹਾ टाइम ਦਿਓ, ਤੁਹਾਨੂੰ ਪਿਛਲੀ ਗਵਰਨਮੈਂਟ ਦੇ ਸਕੈਂਡਲ ਤੁਹਾਨੂੰ ਮਿਲਣਗੇ, ਤੁਹਾਨੂੰ ਬਹੁਤ ਵੱਡੇ ਸਕੈਂਡਲ ਮਿਲਣਗੇ। ਔਰ ਏਡੇ ਵੱਡੇ ਸਕੈਂਡਲ ਹੁੰਦੇ ਤੁਹਾਨੂੰ ਪਿਛਲੀਆਂ ਗਵਰਨਮੈਂਟ ਸਕੈਂਡਲ ਬੜੇ ਛੋਟੇ ਨਜ਼ਰ ਆਉਂਦੇ ਨੇ ਸਾਹਮਣੇ।
ਇਮਰਾਨ ਖਾਨ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਤਾਰੀਖ ਦੇ ਵਿੱਚ ਕਦੇ ਵੀ ਇੱਕ ਹਫ਼ਤੇ ਦੇ ਵਿੱਚ ਯਕਦਮ 60 ਰੁਪਏ ਲੀਟਰ ਪੈਟਰੋਲ ਨਹੀਂ ਵਧਿਆ ਔਰ ਕਾਫੀ ਜ਼ਿਆਦਾ ਇੰਨਾ ਹੀ ਤਕਰੀਬਨ ਰੇਟ ਹੈ ਜਿਹੜਾ ਉਹ ਮੌਲਾਨਾ ਫਜ਼ਲੁਰ ਰਹਿਮਾਨ ਦਾ ਵੀ ਨਹੀਂ ਵਧਿਆ। ਅੱਜ ਦੀ ਉਹਨਾਂ ਦੀ ਤਕਰੀਰ 'ਚ ਉਹਨਾਂ ਨੇ ਇਹ ਬਿਆਨ ਦਿੱਤਾ, ਕੀ ਕਹੋ? ਦੇਖੋ ਜੀ ਮੇਰੀ ਗੱਲ ਸੁਣੋ, ਅਗਰ ਤੁਹਾਨੂੰ ਯਾਦ ਹੋਵੇ ਤੇ ਜਦੋਂ ਗਵਰਨਮੈਂਟ ਇਮਰਾਨ ਖਾਨ ਸਾਹਿਬ ਦੀ ਸੀ ਉਹਦੇ ਵਿੱਚ ਵੀ ਜਨਾਬੇ ਵਾਲਾ ਜਿਹੜਾ ਤੇਲ ਵਧਿਆ ਸੀ ਉਹ 25 ਰੁਪਏ ਵਧਿਆ ਸੀ, 25 ਰੁਪਏ ਫੀ ਲੀਟਰ। ਉਹ ਜ਼ਿਆਦਾ ਦੂਰ ਗੱਲ ਨਹੀਂ ਹੈਗੀ ਕੋਈ, ਤੇ ਉਹ ਵੀ ਤੇਲ ਹਿਸਟਰੀ 'ਚ ਪਹਿਲੀ ਦਫਾ ਵਧਿਆ ਸੀ। ਇਹ ਮੇਰੇ ਦੋਸਤ ਜਿਹੜੇ ਨੇ ਉਹਨਾਂ ਚੀਜ਼ਾਂ ਨੂੰ ਕਿਉਂ ਭੁੱਲ ਜਾਂਦੇ ਨੇ? ਤੇ ਇਸ ਲਈ ਮੈਂ ਕਹਿ ਰਿਹਾ ਕਿ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਜਿਹੜੇ ਡਿਸੀਜਨ ਹੁੰਦੇ ਨੇ ਉਹ ਵਕਤ ਦੇ ਮੁਤਾਬਕ ਹੁੰਦੇ। ਜਿਹੜੇ ਵਕਤ ਦੇ ਜਿਹੜਾ ਇਮਰਾਨ ਖਾਨ ਡਿਸੀਜਨ ਕੀਤਾ ਸੀ ਉਹ ਵੀ ਹਿਸਟਰੀ 'ਚ ਬੜਾ ਮਹਿੰਗਾ ਡਿਸੀਜਨ ਸੀ। ਹੁਣ ਤੁਹਾਡੇ ਹਾਲਾਤ ਬੜੇ ਖਰਾਬ ਨੇ, ਹੁਣ ਜਿਹੜਾ ਤੁਹਾਡਾ ਡਿਸੀਜਨ ਕੀਤਾ ਇਹ ਵੀ ਮਹਿੰਗਾ ਡਿਸੀਜਨ ਹੈ। ਮਕਸਦ ਗੱਲ ਕਰਨ ਦਾ ਹੈ ਕਿ ਸਾਨੂੰ ਥੋੜਾ ਜਿਹਾ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਔਰ ਸਾਨੂੰ, ਮੇਰਾ ਨਹੀਂ ਖਿਆਲ ਕਿ ਨੌਜਵਾਨ ਜਿਹੜਾ ਸਾਡਾ ਉਹਨੂੰ ਦੇਖਣਾ ਚਾਹੀਦਾ ਕਿ ਮੈਂ ਆਪਣੇ ਮੁਲਕ ਦੇ ਵਿੱਚ ਕੰਟਰੀਬਿਊਟ ਕਿਸ ਤਰ੍ਹਾਂ ਕਰ ਸਕਦਾ, ਬਜਾਏ ਕਿ ਅਸੀਂ ਇਸ ਤਰ੍ਹਾਂ ਦੇ ਅਨਪ੍ਰੋਡਕਟਿਵ ਕਮੈਂਟਸ ਲਿਖੀਏ ਔਰ ਅਸੀਂ ਪਾਸ ਕਰੀਏ। ਮਤਲਬ ਕਿ ਮੇਰਾ ਕੰਮ ਹੈ, ਮੈਂ ਇੱਕ ਪ੍ਰੋਫੈਸਰ ਹਾਂ, ਮੈਂ ਰਿਸਰਚਰ ਹਾਂ, ਮੇਰਾ ਕੰਮ ਹੈ ਇੱਕ ਅੱਛੀ ਰਿਸਰਚ ਕਰਨਾ, ਉਹਦੇ 'ਚ ਮੇਰਾ ਕੰਮ ਹੈ ਕਿ ਪਾਲਿਸੀਆਂ ਬਣਾ ਕੇ ਦੇਣਾ, ਠੀਕ ਹੈ। ਉਹ ਪਾਲਿਸੀ ਨੂੰ ਇੰਪਲੀਮੈਂਟ ਮੈਂ ਨਹੀਂ ਕਰਨਾ, ਉਹ ਪਾਲਿਸੀ ਨੂੰ ਇੰਪਲੀਮੈਂਟ ਗਵਰਨਮੈਂਟ ਨੇ ਕਰਨਾ। ਮੇਰਾ ਕੰਮ ਇੱਕ ਅੱਛੀ ਰਿਸਰਚ ਕਰਾਂ, ਇਕਨੋਮਿਕ ਇਸ਼ੂਜ਼ ਆਪਣੀ ਰਾਏ ਜਿਹੜਾ ਮੇਰਾ ਕੋਈ ਐਕਸਪੀਰੀਅੰਸ ਮੈਨੂੰ ਅੱਲਾਹ ਤਾਲਾ ਨੇ ਸਿਖਾਈ ਹੈ ਉਸ ਤੋਂ ਉਸ ਨੂੰ ਯੂਜ਼ ਕਰਕੇ ਮੈਂ ਆਪਣਾ ਵਿਊ ਪੇਸ਼ ਕਰਾਂ। ਤੇ ਜੇ ਫਰਜ਼ ਕਰੋ ਸ਼ਾਹਦ ਭੱਟੀ ਸਾਹਿਬ ਨੇ ਜਾਂ ਰਾਜਾ ਇਮਰਾਨ ਸਾਹਿਬ ਨੇ ਜਾਂ ਮੁਹੰਮਦ ਸ਼ਹਬਾਜ਼ ਸਾਹਿਬ ਨੇ ਇਹ ਕੰਮ ਕਰਦੇ ਕੋਈ ਨਹੀਂ, ਕੋਈ ਵੀ, ਠੀਕ ਹੈ ਜੀ। ਅਸਾਂ ਆਪਣੇ ਨੂੰ ਬਿਜ਼ੀ ਕੀਤਾ ਹੈ, ਕਦੇ ਨੂਨ ਲੀਗ 'ਚ ਕਮੈਂਟ ਕਰਨੇ ਆ, ਕਦੇ ਅਸੀਂ ਆਪਣਾ ਪੀਟੀਆਈ ਤੇ ਕਮੈਂਟ ਕਰਨੇ ਆ, ਕਦੇ ਇਮਰਾਨ ਖਾਨ ਦੀ ਅਸੀਂ ਗੱਲ ਕਰਨੇ ਆ। ਮੈਂ ਇਹ ਸੋਚਣਾ ਕਿ ਮੈਂ ਕੀ ਕੀਤਾ, ਲੇਕਿਨ ਮੈਂ ਹੁਣ ਤੱਕ ਜਨਾਬ ਵਾਲਾ ਮੇਰੇ ਮਾਸ਼ਾਅੱਲਾ ਅਗਰ ਸਮੀ ਸਾਹਿਬ ਇਸ ਚੀਜ਼ ਨੂੰ ਜਾਣਦੇ ਨੇ, ਮੇਰਾ ਖਿਆਲ ਹੈ ਕਿ ਮੈਂ ਪਹਿਲਾ ਬੰਦਾ। ਅੱਛਾ ਹਾਂ, ਪਿਛਲੇ ਦਿਨ ਇੱਕ ਇਹ ਵੀ ਤੁਹਾਨੂੰ ਦੱਸਾਂ, ਪਿਛਲੇ ਦਿਨ ਇੱਕ ਅਚੀਵਮੈਂਟ ਆਈ ਮੇਰੀ research.com ਨੇ ਪੂਰੀ ਦੁਨੀਆ 'ਚ ਰਿਸਰਚਰ ਨੂੰ ਇਕੱਠਿਆਂ ਕਰਕੇ ਜਿਹੜੀ ਇਕਨੋਮਿਕ ਫਾਈਨੈਂਸ 'ਚ ਉਹਨਾਂ ਦੀ ਰੈਂਕਿੰਗ ਕੀਤੀ ਹੈ। ਮੇਰੀ ਦੁਨੀਆ 'ਚ 43rd ਪੋਜੀਸ਼ਨ ਹੈ ਔਰ ਬੜੀ ਮਜ਼ੇ ਦੀ ਗੱਲ ਹੈ ਕਿ ਮੈਂ ਪਾਕਿਸਤਾਨ ਦਾ ਪਹਿਲਾ ਬੰਦਾ ਜਿਹਦੀ ਪਹਿਲੀ ਦਫਾ 43rd ਪੋਜੀਸ਼ਨ ਆਈ ਔਰ ਮੇਰੇ ਤੋਂ ਉੱਪਰ ਸਾਰੇ ਬੰਦੇ, ਕੋਈ ਆਕਸਫੋਰਡ ਤੋਂ ਪੜ੍ਹਿਆ ਹੈ, ਕੋਈ ਕੈਂਬਰਿਜ ਤੋਂ ਪੜ੍ਹਿਆ ਹੈ, ਕੋਈ ਹਾਰਵਰਡ ਤੋਂ ਪੜ੍ਹਿਆ, ਕੋਈ MIT ਤੋਂ ਪੜ੍ਹਿਆ ਹੈ। ਮੈਂ ਕਿੱਥੋਂ ਪੜ੍ਹਿਆ? ਦੀਵੇ ਦੀ ਲਾਈਟ ਦੇ ਥੱਲੇ ਬੈ ਕੇ। ਤੇ ਇਹੋ ਜਿਹਾ ਕੰਟਰੀਬਿਊਸ਼ਨ ਕਰੋ ਨਾ, ਤੇ ਫਿਰ ਮੈਂ ਵੀ ਇਮਰਾਨ ਖਾਨ ਨੂੰ ਕ੍ਰਿਟਿਸਾਈਜ਼ ਕਰਾਂ, ਮੈਂ ਵੀ ਆਪਣਾ ਸ਼ਬਾਸ਼ ਨੂੰ ਕ੍ਰਿਟਿਸਾਈਜ਼ ਕਰਾਂ। ਕੰਮ ਸਾਡਾ ਹੈ ਕੋਈ ਵੀ ਸਵਾਏ ਕ੍ਰਿਟਿਸਿਜ਼ਮ ਤੋਂ। ਇਸ ਵਾਸਤੇ ਮੈਂ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਥੋੜਾ ਦੂਰ ਰੱਖਣਾ। ਮੈਨੂੰ ਪਤਾ ਹੈ ਮੈਨੂੰ ਕੋਈ ਪੋਲਿਟਿਕਸ ਨਹੀਂ ਆਉਂਦੀ, ਮੈਨੂੰ ਪੋਲਿਟਿਕਸ ਤੇ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਮੈਂ ਬੰਦਾ ਇਕਨੋਮਿਕਸ ਦਾ, ਬੰਦਾ ਰਿਸਰਚ ਦਾ, ਤੇ ਮੈਨੂੰ ਰਿਸਰਚ ਤੇ ਹੀ ਗੱਲ ਕਰਨੀ ਚਾਹੀਦੀ। ਔਰ ਮੈਂ ਰਿਸਰਚ ਹੀ ਕਰ ਰਿਹਾ ਔਰ ਮੈਂ ਮਰਤੇ ਦਮ ਤੱਕ ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਂ ਆਪਣੀ ਮਾਂ ਦਾ ਇੱਕ ਚੰਗਾ ਪੁੱਤਰ ਬਣਨਾ ਹੈ। ਮੈਂ ਰਿਸਰਚ 'ਚ ਐਸੇ ਰਿਕਾਰਡ ਬਣਾ ਜਾਵਾਂਗਾ ਕਿ ਮੇਰੀ ਆਉਣ ਵਾਲੀ ਨਸਲ, ਜਿਹੜੇ ਮੇਰੇ ਤੋਂ ਬਾਅਦ ਆਉਣ ਵਾਲੀ ਨਸਲ ਹੈ, ਇਹ 40-40 ਸਾਲ ਤੱਕ ਮੈਂ ਰਿਕਾਰਡ ਬ੍ਰੇਕ ਨਹੀਂ ਕਰਾਂਦੇ। ਇਹ ਮੈਂ ਤੁਹਾਡੇ ਪੂਰੀ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਪ੍ਰੋਗਰਾਮ ਤੇ ਗੱਲ ਕਰ ਰਿਹਾ। ਡਾਕਟਰ ਸਾਹਿਬ, ਪਾਕਿਸਤਾਨੀ ਨੌਜਵਾਨ ਨਸਲ ਨੂੰ ਪੈਗਾਮ ਦਿਓ, ਉਸ ਤੋਂ ਬਾਅਦ ਤੁਹਾਡੇ ਕੋਲ ਇਜਾਜ਼ਤ ਚਾਹਣੀ। ਜੀ ਮੇਰੇ ਖਿਆਲ 'ਚ ਪੈਗਾਮ ਇਹੀ ਹੈ ਕਿ ਆਪਣੇ ਆਪ ਨੂੰ ਪਹਿਚਾਨੋ ਕਿ ਅੱਲਾਹ ਤਾਲਾ ਨੇ ਤੁਹਾਨੂੰ ਪੈਦਾ ਕੀਤਾ, ਅੱਲਾਹ ਤਾਲਾ ਨੇ ਤੁਹਾਨੂੰ ਇੱਕ ਆਜ਼ਾਦ ਮੁਲਕ 'ਚ ਪੈਦਾ ਕੀਤਾ, ਅੱਲਾਹ ਤਾਲਾ ਨੇ ਤੁਹਾਨੂੰ ਇੱਕ ਆਜ਼ਾਦ ਹਵਾ ਦਿੱਤੀ, ਅੱਲਾਹ ਤਾਲਾ ਨੇ ਤੁਹਾਨੂੰ ਇੱਕ ਆਜ਼ਾਦ ਫਜ਼ਾ ਦਿੱਤੀ। ਤਾਂ ਇਹ ਸੋਚੋ ਕਿ ਸਾਡੇ ਪੈਦਾ ਹੋਣ ਦਾ ਮਕਸਦ ਕੀ ਹੈ। ਮੈਂ ਅਕਸਰ ਆਪਣੇ ਆਪ ਨੂੰ ਸ਼ਾਮ ਨੂੰ ਜਦੋਂ ਬੈਠਣਾ ਤੇ ਮੈਂ ਸੋਚਣਾ ਕਿ ਯਾਰ ਪਤਾ ਨਹੀਂ ਰੱਬ ਨੇ ਮੈਨੂੰ ਰਿਸਰਚ ਵਾਸਤੇ ਹੀ ਪੈਦਾ ਕੀਤਾ ਸੀ। ਤੁਹਾਨੂੰ ਪਤਾ ਹੈ ਮੈਂ ਆਪਣਾ FSC ਜੁਆਇਨ ਕੀਤੀ, ਮੈਂ ਕਾਲਜ ਛੱਡ ਦਿੱਤਾ, ਮੈਂ ਡੈਂਟਿੰਗ ਪੈਂਟ ਦਾ ਕੰਮ ਸਿੱਖਣ ਚਲਾ ਗਿਆ। ਦੱਸ ਕੇ ਆਪਣਾ ਗੁਜਰਾਂਵਾਲੇ ਇੱਕ ਯਾਸਮੀਨ ਵੈਲਡਿੰਗ ਸੈਂਟਰ ਹੈ, ਉੱਥੇ ਕੰਮ ਕਰਨੇ ਗਿਆ ਤਾਂ ਉਹਨਾਂ ਕਿਹਾ ਜੀ ਤੁਹਾਨੂੰ ਦਿਆਂਗੇ 300 ਰੁਪਇਆ ਤਨਖਾਹ। ਮੈਂ ਕਿਹਾ ਜਾਓ ਕੰਮ ਕਰੋ ਜਾ ਕੇ। ਮੈਂ ਮੈਟ੍ਰਿਕ ਜੇ ਮਾਸ਼ਾਅੱਲਾ ਸਕੂਲ ਟਾਪ ਕੀਤਾ ਤੇ 300 ਰੁਪਇਆ। ਉਹਨੇ ਕਿਹਾ ਭਾਈ ਸਾਹਿਬ ਆ ਤੁਹਾਡੀ ਸਨਦ ਪਈ ਜੇ, ਇਹਨੂੰ ਲੈ ਜਾ ਤੁਸੀਂ ਘਰ ਜਾਓ। ਫਿਰ ਮੈਂ ਡਸ ਕੇ ਗਿਆ। ਤੇ ਉਦੋਂ ਮਤਲਬ ਕਿ ਡੀਜ਼ਲ ਵਰਕਸ਼ਾਪਾਂ ਹੁੰਦੀਆਂ, ਡੀਜ਼ਲ ਦੇ ਟਿਓਟੇ ਚੱਲਦੇ ਸਨ। ਉਹ ਮੈਂ ਇੱਕ ਵਰਕਸ਼ਾਪ ਵਿੱਚ ਗਿਆ, ਉੱਥੋਂ ਉਸਤਾਦ ਨੇ, ਜਿਹਨੇ ਮੇਰਾ ਉਸਤਾਦ ਬਣਨਾ ਸੀ, ਉਹਨੇ ਛੋਟੇ ਨੂੰ ਆਵਾਜ਼ ਦਿੱਤੀ, ਛੋਟੇ ਜ਼ਰਾ ਗਲਤ ਸੁਣ। ਉਹ ਛੋਟਾ ਜਨਾਬ ਟਿਓਟੇ ਥੱਲੇ ਨਿਕਲੇ ਇਸ ਤਰ੍ਹਾਂ ਕਰਕੇ। ਮੈਂ ਹੁਣ ਛੋਟੇ ਨੂੰ ਵੇਖਣ ਡਿਆ, ਆਂਦਾ ਜੀ ਉਸਤਾਦ ਜੀ। ਤੇ ਮੈਂ ਕਿਹਾ ਛੋਟਾ ਬੋਲਣ ਕਿਹੜੇ ਪਾਸੋਂ ਡਿਆ ਹੈ? ਜ਼ਾਰੀ ਬਾਤ ਹੈ, ਡੀਜ਼ਲ ਕਾਲਾ, ਡੀਜ਼ਲ ਕਾਲੀ ਵਰਕਸ਼ਾਪ, ਉਹ ਛੋਟਾ ਵੀ ਕਾਲਾ। ਤੇ ਮੇਰੇ ਦਿਲੋਂ ਆਵਾਜ਼ ਨਿਕਲੀ, ਸ਼ਹਬਾਜ਼ ਪੁੱਤਰ ਤੂੰ ਇਸ ਕੰਮ ਵਾਸਤੇ ਪੈਦਾ ਨਹੀਂ ਹੋਇਆ। ਮੈਂ ਘਰ ਆ ਕੇ ਫਿਰ ਮਿਹਨਤ ਕੀਤੀ ਹੈ ਔਰ ਮੈਂ ਫਿਰ ਰਿਸਰਚ ਨੂੰ ਜੁਆਇਨ ਕੀਤਾ। ਯਕੀਨ ਕਰੋ ਮੈਨੂੰ ਕਦੇ ਕਦੇ ਇਸ ਤਰ੍ਹਾਂ ਲੱਗਦਾ ਹੈ ਔਰ ਹੈ ਵੀ ਹਕੀਕਤ ਕਿ ਜਦੋਂ ਮੈਂ ਕਿਲੇ ਪ੍ਰੋਬਲਮ ਫਸਿਆ, ਮੇਰਾ ਰੱਬ ਥੱਲੇ ਆ ਗਿਆ ਔਰ ਮੈਨੂੰ ਚੀਜ਼ਾਂ ਫੀਲ ਹੁੰਦੀਆਂ ਨੇ। ਤੇ ਮਤਲਬ ਕਿ ਰਿਸਰਚ ਬੜਾ ਮੁਸ਼ਕਿਲ ਸਬਜੈਕਟ ਹੈ, ਠੀਕ ਹੈ ਜੀ, ਬੜਾ ਖੁਸ਼ਕ ਸਬਜੈਕਟ ਹੈ ਔਰ ਇਹ ਇੱਕ ਉਹ ਸਬਜੈਕਟ ਜਿਹਦੇ ਵਾਸਤੇ ਰਸਤੇ ਨਹੀਂ ਹੈਗੇ, ਲੇਕਿਨ ਅੱਲਾਹ ਤਾਲਾ ਦੀ ਜ਼ਾਤ ਨੇ ਰਸਤੇ ਬਣਾਏ ਮੇਰੇ ਵਾਸਤੇ। ਤੇ ਇਸ ਵਾਸਤੇ ਮੈਂ ਕਹਿੰਦਾ ਨੌਜਵਾਨ ਨਸਲ ਨੂੰ ਕਿ ਆਪਣੇ ਆਪ ਨੂੰ ਪਹਿਚਾਨੋ ਕਿ ਤੁਸੀਂ ਪੈਦਾ ਕਿਸ ਵਾਸਤੇ ਹੋਏ ਹੋ। ਤੇ ਜਿਸ ਦਿਨ ਮੇਰੀ ਨੌਜਵਾਨ ਨਸਲ ਨੂੰ ਇਹ ਚੀਜ਼ ਦੀ ਸਮਝ ਆ ਗਈ, ਨਾ ਇਮਰਾਨ ਨੂੰ ਬੋਲਣ ਦੀ ਜ਼ਰੂਰਤ ਹੈ, ਨਾ ਸ਼ਹਬਾਜ਼ ਨੂੰ ਬੋਲਣ ਦੀ ਜ਼ਰੂਰਤ ਹੈ, ਨਾ ਕਿਸੇ ਹੋਰ ਨੂੰ ਬੋਲਣ ਦੀ ਜ਼ਰੂਰਤ ਹੋਣੀ। ਡਾਕਟਰ ਸਾਹਿਬ बेहतरीन पैगाम ਦਿੱਤਾ ਤੁਸੀਂ ਔਰ ਮਾਸ਼ਾਅੱਲਾ ਪੜ੍ਹੀ ਲਿਖੀ ਖੂਬਸੂਰਤ ਸ਼ਖਸੀਅਤ ਹੋ ਤੁਸੀਂ। ਪ੍ਰੋਫੈਸਰ ਮੁਹੰਮਦ ਸ਼ਹਬਾਜ਼ ਸਾਹਿਬ, ਤੁਸੀਂ ਡਸਕਾ ਤੋਂ ਜੁਆਇਨ ਕੀਤਾ ਸੀ। ਜਿਨ੍ਹਾਂ ਦੋਸਤਾਂ ਨੇ ਵੀਡੀਓ ਲਾਈਕ, ਕਮੈਂਟ ਤੇ ਸ਼ੇਅਰ ਕੀਤੀ ਹੈ, ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ।
ਔਰ ਮਿਹਨਤ ਕਰੋ। ਨੌਜਵਾਨ ਨਸਲ ਨੂੰ ਜਿਸ ਤਰ੍ਹਾਂ ਦਾ ਪੈਗਾਮ ਦਿੱਤਾ ਹੈ, ਆਪਣੇ ਆਪ ਨੂੰ ਪਹਿਚਾਨੋ ਕਿ ਸਾਡਾ ਮੁਲਕ ਹੈ ਜਿਹੜਾ ਉਹ ਵੀ ਦਿਵਾਲੀਆ ਹੋਣ ਤੋਂ ਬਚੇ ਔਰ ਅਸੀਂ ਆਪ ਵੀ ਦਿਵਾਲੀਆ ਹੋਣ ਤੋਂ ਬਚੀਏ ਔਰ ਮਹਿੰਗਾਈ ਦਾ ਵੀ ਲੱਕ ਤਰੋੜੀਏ ਮਿਹਨਤ ਕਰਕੇ। ਅੱਲਾ ਸੋਹਣੇ ਦੇ ਵਾਲੇ। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਅੱਲਾ ਹਾਫਿਜ਼। ਪੰਜਾਬੀ ਰਾਕਟ ਸਾਇੰਸ ਚੈਨਲ ਦੇ ਜ਼ਰੀਏ ਡਾਇਰੈਕਟ ਦੇਖ ਰਹੇ ਨੇ ਕਿ ਸਾਨੂੰ ਮਖਲੂਕੇ ਖੁਦਾ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਦਾ ਹੱਥ ਫੜ ਕੇ ਖਿੱਚਣਾ ਚਾਹੀਦਾ। ਮਾਸ਼ਾਅੱਲਾ ਤੁਸੀਂ ਬਹੁਤ ਹੀ ਅੱਛਾ ਪ੍ਰੋਗਰਾਮ ਕੰਡਕਟ ਕੀਤਾ ਹੈ। ਇਲੈਕਟ੍ਰੋਨਿਕ ਮੀਡੀਆ ਤੇ ਜਾਣ ਦਾ ਅਕਸਰ ਇਤਫਾਕ ਹੁੰਦਾ ਰਹਿੰਦਾ ਹੈ, ਲੇਕਿਨ ਜਿਹੜਾ ਅੱਜ ਮਜ਼ਾ ਆਉਂਦਾ ਹੈ ਇਹ ਬੜੀ ਖਿਦਮਤ ਹੈ ਸਾਰੀ ਦੁਨੀਆ ਉੱਤੇ। ਅੱਜ ਮੈਂ ਸੁਣਿਆ ਗਿਆ, ਮੈਂ ਤੁਹਾਡੇ ਤੇ ਜਵਾਬ ਨਹੀਂ ਦੇ ਕਿਧਰੇ ਮੈਂ ਅੜਕਿਆ ਵੀ ਨਹੀਂ, ਮੈਂ ਸੋਚਿਆ ਵੀ ਨਹੀਂ। और प्रदेशों में बैठ के ਤੁਸੀਂ ਆਪਣੀ ਜ਼ਬਾਨ ਨਾਲ, ਆਪਣੇ ਸੂਬੇ ਨਾਲ, ਆਪਣੇ ਮੁਲਕ ਨਾਲ ਤੁਸੀਂ ਮੁਹੱਬਤ ਕਰਦੇ ਹੋ। ਤੁਹਾਡੀ ਪੰਜਾਬੀ ਰਾਕਟ ਸਾਇੰਸ, ਤੁਹਾਡੀ ਡੇਰੇਦਾਰੀ, ਤੁਹਾਡੀ ਵਜ਼ਰਦਾਰੀ। ਇਸ ਮੁਲਕ ਦੇ ਵਿੱਚ ਮਜ਼ਹਬ, ਇਸ ਮੁਲਕ ਵਿੱਚ ਸਿਆਸਤ ਚੁਟਕਲਿਆਂ ਦਾ ਨਾਮ। ਸਿਰਫ ਵਫਾਦਾਰ ਦੀ ਸਿਆਸਤ। ਫੰਡ ਆਉਂਦੇ ਨੇ ਉਹਨਾਂ ਦੀ ਪਰਸੈਂਟੇਜ ਨਿਕਲੀ ਹੈ। ਆਵੇ ਦਾ ਆਵਾ ਵਿਗੜੇ ਆ। ਤੇ ਅੱਜ ਕੱਲ ਦੇ ਫਿਰ ਖੁਸਰੇ ਵੀ ਤੇ ਉਸੇ ਹਿਸਾਬ ਨਾਲ ਚਾਵਾ ਬਣਾ ਵਾਲਾ ਖੁਸਰਿਆ ਕੀ ਲੱਛਣਾ। ਥੋੜਾ ਮੁਸ਼ਕਿਲ ਜਿਹਾ ਕਰ ਦਿੱਤਾ ਜੇ। ਲੋਕੀ ਤੁਹਾਡਾ ਸਟੇਟਸ ਦੇਖ ਕੇ ਤੁਹਾਡੀ ਇੱਜ਼ਤ। ਸਿਆਸਤਦਾਨ ਆਪਣਾ ਕੰਮ ਕਰਨ ਤੇ ਅਦਾਰੇ ਆਪਣਾ ਕੰਮ ਕਰਨ। ਅੱਜ ਮੁਕਾਬਲਾ ਭਾਵੇਂ ਕੋਈ ਵੀ ਹੋ, ਮੁਕਾਬਲਾ ਹੁੰਦਾ ਕਿ ਐਮਪਟੀ ਵੈਜ਼ਲਸ ਮੇਕ ਮਚ ਨਾਈਜ਼ਸ। ਇਹ ਉਦੋਂ ਹੀ ਮਰਹੂਮੀ ਜਿਹੜੀ ਹਲਕੇ ਦੀ ਆਵਾਮ ਦੀ ਦੂਰ ਹੋਣੀ ਹੈ ਜਦੋਂ ਹਕੀਕੀ ਨੁਮਾਇੰਦਾ ਉਹਨਾਂ ਦੇ ਵਿੱਚੋਂ ਉੱਠ ਕੇ ਆਵੇਗਾ। ਬਦਮਾਸ਼, ਲੁੱਚੇ, ਲਫੰਗੇ ਵਡੇਰੇ ਨੂੰ ਸਪੋਰਟ ਕੀਤਾ ਤੇ ਮੈਂ ਕੋਸ਼ਿਸ਼ ਕਰਨਾ ਉਹਨਾਂ ਦੇ ਮਸਾਇਲ ਹੱਲ ਕਰ। ਪਾਕਿਸਤਾਨ ਦੀ ਤਾਲਮੀਅਤ ਹੀ ਸਾਡੀ ਬਕਾ ਹੈ। ਬਾਬੂ ਕਹਿੰਦਾ ਕਿ ਮੇਰੇ ਕੋਲ ਤੁਹਾਡਾ ਦਿਲ ਦਾ ਸ਼ਾਂਤ ਨਹੀਂ ਹੈ। ਮੁਸ਼ਾਵਰਤ ਕਰਨੀ ਚਾਹੀਦੀ ਹੈ। ਵੈਜਿੰਦਰ ਦਾ ਪਕਾਣਾ ਵਿੱਚ ਕੋਈ ਜਾਣਦਾ, ਭਿੰਡੀਆਂ ਬਣਾਉਣਾ ਵਿੱਚ ਕੋਈ ਜਾਣਦਾ। ਪੜ੍ਹ ਕੇ ਆਪਣੀ ਜਗ੍ਹਾ ਆਪਣੇ ਮੁਲਕ ਦੇ ਵਿੱਚ ਬਣਾਣੀ। ਅੱਲਾਹ ਤਾਲਾ ਸਾਹਿਬ ਦੇ ਨਾਲ ਅਸੀਂ ਨਾ ਕਰਦੇ ਨਾ ਬੰਦਾ ਬਣਾ ਕੇ ਅੱਗੇ ਵੀ ਟੁਰੇ ਆ। ਕਾਮਯਾਬੀ ਦਾ ਰਾਹ ਦੇ ਕੇ ਬੰਦੇ ਨੂੰ ਆਪਣਾ ਆਪ ਮਾਰਨਾ ਪੈਂਦਾ ਕਿ ਰਾਜੇ ਕੇ ਪੈਸੇ ਕਮਾਓ ਤੇ ਆਪਣੇ ਪਿਛਲਿਆਂ ਨੂੰ ਤਗੜਿਆ ਕਰੋ। ਸਿਸਟਮ ਬਿਹਤਰ ਬਣਾ ਦੋ। ਕੋਈ ਕਿਤੇ ਸਿੱਧੀ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਬਦਤਮੀਜ਼ੀ ਨਹੀਂ ਹੋਣੀ ਚਾਹੀਦੀ। ਉਹਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਮੈਂ ਸਾਰੀਆਂ ਗੱਲਾਂ ਪੰਜਾਬੀ 'ਚ ਵੀ ਕਰਨਾ। ਈਦ ਵਾਲਾ ਦਿਨ ਤੇ ਪੇਕਿਆਂ ਦੇ ਹੁੰਦਾ, ਲੇਕਿਨ ਅਗਲਾ ਦਿਨ ਹੋ ਜਾਣਾ ਹੁੰਦਾ। ਅਸੀਂ ਕਿਉਂ ਸਾਰੇ ਬੰਦੇ ਨੂੰ ਰਾਜ਼ੀ ਕਰੀਏ? ਅਸੀਂ ਕੋਈ ਵੋਟ ਲੈਣੇ ਨੇ। ਦਾ ਹਵਾ ਬਣਾ ਸਕਦੇ ਸਭ ਦੇ। ਪੈਨਸ਼ਨਾਂ ਵੀ ਲੋਕਾਂ ਦੀਆਂ ਵਧੀਆਂ ਨੇ। ਅੱਖਾਂ ਜਦੋਂ ਮੀਟੀਆਂ ਜ਼ਮਾਨਾ ਸਾਨੂੰ ਰੋਏਗਾ, ਆਪਣਾ ਤੇ ਆਪਣਾ ਬਗਾਨਾ ਸਾਨੂੰ ਰੋਏਗਾ। ਜਿਹਨੇ ਵੀ ਪੀਐਚਡੀ ਜਾਂ ਮਾਸਟਰਸ ਕਰਨਾ ਮੈਨੂੰ ਬੜੇ ਵਾਇ ਨਾਲ ਥ੍ਰੈਟ ਕੀਤਾ ਗਿਆ। ਬਤੌਰ ਅਮੀਰ ਸੂਬਾ ਮੇਰੀ ਮਨਜ਼ੂਰੀ ਦਿੱਤੀ। ਸਾਡੇ ਨਵਾਬਜ਼ਾਦੇ ਨਾਲ ਉਸ ਵਕਤ ਵੀ ਕੋਈ ਤਲਕ ਨਹੀਂ ਸੀ, ਹੁਣ ਵੀ ਕੋਈ ਤਲਕ ਨਹੀਂ। ਈਦ ਵਿੱਚ ਖਾਣੇ ਨਹੀਂ ਇੰਪੋਰਟੈਂਟ ਨਹੀਂ ਹੈ। ਮੈਂ ਕਿਸੇ ਐਸੇ ਬੰਦੇ ਨਾਲ ਕੰਪੀਟੀਸ਼ਨ ਸ਼ੁਰੂ ਕਰ ਦਵਾਂ ਜਿਹੜਾ ਮੇਰੇ ਤੋਂ 10 ਟਾਈਮਸ ਹਾਇਰ ਹੈ। ਜੀ ਮੱਛੀ ਚੌਕ ਬਾਰਿਸ਼ ਹੁੰਦੀ ਤੇ ਤਰੇ ਦਿਨ ਪਾਣੀ ਖਲੋਤਾ ਰਹਿੰਦਾ। ਕੋਈ ਇਹਨਾਂ ਮਨਸੂਬਿਆਂ ਨੂੰ ਮੁਕੰਮਲ ਕਰਨ। ਗੱਲਬਾਤ ਤੇ ਅਲਹਮਦੁਲਿਲਾ ਅਸੀਂ ਵੀ ਬਿਹਤਰੀਨ ਕਰ ਸਕਨੇ ਆ। ਪਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਕਰਨਾ ਚਾਹੀਦਾ। ਹੋ ਸਕਦਾ ਯਾਰ ਜਿਹੜੇ ਨੇ ਉਹ ਭਾਰ ਵੀ ਚੁੱਕ ਜਾਣ ਦਾ ਕਹਿੰਦੇ ਠੀਕ ਹੈ, ਭਾਰ ਨਾਲ ਕੋਈ ਸਲਾਹ ਹੋ ਸਕਦਾ ਤੇ ਰਹਿਣ ਦੇ ਕਿ ਇਹ ਝੂਠ ਦੀ ਸੱਚ ਹੈਗਾ। ਹਾਂ, ਇਹ ਤੁਸੀਂ ਇੱਕ ਨਵੀਂ ਪਰਸਨੈਲਿਟੀ ਸ਼ੋਅ ਕਰਾਉਣੀ ਚਾਹੀਦੀ ਹੈ। ਲੋਕ ਯੰਗਸਟਰ ਚਿਹਰੇ ਵੇਖਣਾ ਚਾਹੁੰਦੇ ਨੇ। ਤੁਸੀਂ ਵਿੱਚ ਉਹ ਕਮੈਂਟ ਪੜਿਆ ਕਰੋ ਜਿਹੜਾ ਪੜਨ ਵਾਲਾ ਹੁੰਦਾ। ਰਾਜਾ ਸਾਹਿਬ ਤੁਸੀਂ ਵੀ ਮੇਰੇ ਜਿਹੜਾ ਖਿਲਾਫ ਕਮੈਂਟ ਹੁੰਦਾ ਉਹਨੂੰ ਚੁੱਕ ਉੱਤੇ ਲਾ ਸਕਦੇ ਹੋ। ਅਸਦ ਕਰਨਾ ਚਾਹੀਦਾ, ਸੜਨਾ ਵੀ ਚਾਹੀਦਾ, ਲੇਕਿਨ ਚੰਗੇ ਕੰਮ ਤੋਂ। ਮੈਂ ਕਾਂ ਦੀ ਪਰਿਆ ਮੁਕਾਣੀ। ਅਹਲੇ ਇਲਮ ਹੀ ਜਾਣਦੇ ਨੇ ਕਿ ਇਲਮ ਦੀ ਹਕੀਕਤ ਕੀ ਹੈ। ਪੁਆਇੰਟ ਆਫ ਵਿਊ ਦੇਣ ਵਾਸਤੇ ਫਿਰ ਤੁਹਾਡੇ ਚੈਨਲ ਦਾ ਮੁਤਕਿਲ ਕਾਰਨ ਤੇ ਇਹ ਸ਼ਾਮਲਾਟਾਂ ਦੇ ਉੱਤੇ ਕਬਜ਼ੇ ਨਹੀਂ। ਕਿ ਪੰਜਾਬੀ ਰਾਕਟ ਸਾਇੰਸ ਪੰਜਾਬੀ ਰਾਕਟ ਸਾਇੰਸ ਦੇ ਪੰਜਾਬੀ ਰਾਕਟ ਸਾਇੰਸ 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 ਪੰਜਾਬੀ ਰਾਕਟ ਸਾਇੰਸ। ਪੰਜਾਬੀ ਰਾਕਟ ਸਾਇੰਸ।